देश दुनिया च वसते पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरदीप भास्कर जी और इंद्रप्रीत जी। मैं जी आया आखना बहुत बहुत शुक्रिया रंधावा जी। साਰਿਆਂ ਨੂੰ ਸਤਿ ਸ੍ਰੀ ਅਕਾਲ ਜੀ। सुखविंदर सिंह ने कदे हुब के गाया सीगा, तेरियां बरंग चिट्ठियां दस पढ़िया करांके हुण ना, सानू भुल जाण वालिया चेते करिया करांके दसना। ਇਹ ਐਨ ਢੁਕਦੀਆਂ ਨੇ। ਜਿੰਨੀ ਸ਼ਿੱਦਤ ਨਾਲ ਸੁਖਵਿੰਦਰ ਨੇ ਗਾਇਆ, ਉਨੀ ਸ਼ਿੱਦਤ ਨਾਲ ਜੇ ਇਹਨੂੰ ਮਹਿਸੂਸ ਕਰੀਏ ਤੇ ਪੰਜਾਬ ਦੇ ਲੋਕਪਾਲ ਰਿਟਾਇਰਡ ਜਸਟਿਸ ਵਿਨੋਦ ਸ਼ਰਮਾ ਜਦੋਂ ਗਵਰਨਰ ਨੂੰ ਪੱਤਰ ਲਿਖ ਕੇ ਕਹਿੰਦੇ ਆ ਨਾ ਕਿ 3 ਸਾਲ ਹੋ ਗਏ ਜੀ, ਚਿੱਠੀਆਂ ਲਿਖ ਲਿਖ ਕੇ ਹੰਬ ਗਿਆ, ਕੋਈ ਤਾਂ ਜਵਾਬ ਆਉਂਦਾ ਜੀ, ਕੋਈ ਤਾਂ ਜਵਾਬ ਆਉਂਦਾ। ਤਾਂ ਮੈਨੂੰ 3 ਸਾਲਾਂ ਚੋਂ 1.5 ਸਾਲ ਯਾਦ ਕੇਜਰੀਵਾਲ ਸਾਹਿਬ ਦੀ ਸਰਕਾਰ ਦੇ ਆਉਂਦੇ ਨੇ, ਜਿਹਦੇ ਚ ਭਗਵੰਤ ਮਾਨ ਮੁੱਖ ਮੰਤਰੀ ਨੇ। ਹੁਣ ਸਵਾਲ ਪੁੱਛਣ ਵਾਲਾ ਇਹ ਹੈ ਕਿ ਗਵਰਨਰ ਸਾਹਿਬ ਇਹ ਚਿੱਠੀਆਂ ਮੁੱਖ ਮੰਤਰੀ ਨੂੰ ਫਾਰਵਰਡ ਕੀਤੀਆਂ ਕਿ ਨਹੀਂ। ਇਹ ਲੋਕਪਾਲ ਦੀਆਂ ਚਿੱਠੀਆਂ, ਜਿਹੜਾ ਕਹਿਣ ਨੂੰ ਲੋਕਪਾਲ ਲੱਗਦਾ ਹੈ, ਉਹ ਕਹਿੰਦੇ ਨਾ ਸਾਨੂੰ ਆਪਣੇ ਆਪ ਸਵੈ ਇੱਛਾ ਨਾਲ ਸੂਮੋਟੋ ਲੈਣ ਦਾ ਕੋਈ ਪ੍ਰੋਵੀਜ਼ਨ ਹੈ, ਨਾ ਸਾਡੇ ਕੋਲ ਸਟਾਫ ਹੈ। ਮੰਤਰੀਆਂ ਦੇ ਖਿਲਾਫ ਕਿੰਨੀਆਂ ਜਾਂਚਾਂ ਨੇ, ਸਾਬਕਾ ਮੰਤਰੀਆਂ ਦੇ ਅਧਿਕਾਰੀਆਂ ਦੇ ਖਿਲਾਫ। ਉਹਨਾਂ ਨੇ ਰਿਪੋਰਟ ਪੇਸ਼ ਤਾਂ ਕੀਤੀ ਹੈ ਕਿ ਅਸੀਂ ਕਿੰਨੇ ਕੁ ਕੇਸ ਨਿਪਟਾਏ, ਪਰ ਨਿਪਟਾਏ ਕਿੱਦਾਂ ਇਹ ਨਹੀਂ ਦੱਸਿਆ, ਕਿਉਂਕਿ ਬਿਨਾਂ ਸਟਾਫ ਤੋਂ ਕੰਮ ਕਿੱਦਾਂ ਕਰੋਗੇ। ਇਹ ਮਿਹਣਾ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਤੁਸੀਂ ਤਾਂ ਲੋਕਪਾਲ ਚੋਂ ਨਿਕਲੇ, ਲੋਕਪਾਲ ਦੀ ਗੱਲ ਸੁਣ ਲਓ, ਪਰ ਇੱਥੇ ਤਾਂ ਚਿੱਠੀਆਂ ਬਰੰਗ ਹੋ ਗਈਆਂ, ਕਦੇ ਜਵਾਬ ਹੀ ਨਾ ਮੁੜੇ। ਸਾਰੀ ਗੱਲ ਕਰਦੇ ਆ ਕਿ ਕੀ ਕਹਿੰਦੇ ਨੇ ਲੋਕਪਾਲ ਪੰਜਾਬ ਦੇ। ਹੁਣ ਚੱਲਦੇ ਆ ਅੱਗੇ ਦੂਜੇ ਮੁੱਦੇ ਤੇ। ਮੁੱਦਾ ਇਹ ਵੀ ਅਹਿਮ ਆ, ਵਿਜੀਲੈਂਸ ਬਿਊਰੋ ਪੰਜਾਬ ਨੇ ਹਲਫਨਾਮਾ ਦਾਇਰ ਕੀਤਾ ਹਾਈ ਕੋਰਟ ਦੇ ਵਿੱਚ। ਕਿੰਨੇ ਕੁ ਲੋਕਾਂ ਦੀਆਂ ਪ੍ਰਵਾਨਗੀਆਂ ਸਰਕਾਰਾਂ ਨੇ ਦਿੱਤੀਆਂ ਤੇ ਕਿੰਨਿਆਂ ਦੀਆਂ ਪੈਂਡਿੰਗ ਪਈਆਂ। ਇਨਕੁਆਇਰੀਆਂ, ਟਰਾਇਲ ਕਿਉਂ ਰੁਕੇ ਰਹਿੰਦੇ ਆ, ਆਖਿਰ ਸਜ਼ਾਵਾਂ ਤੱਕ ਲੋਕ ਕਿਉਂ ਨਹੀਂ ਪਹੁੰਚਦੇ, ਸਾਡਾ ਹਾਲ ਕੀ ਆ। ਦਿਲ ਦਾ ਦੁੱਖ ਉਹਨਾਂ ਵੀ ਰੋਇਆ। ਉਸ ਫਿਰ ਮੈਂ ਪੁਰਾਣੀ ਗੱਲ ਤੇ ਆਉਂਗਾ ਨਾ ਵੀ ਦੁੱਖ ਤਾਂ ਬਥੇਰੇ, ਪਰ ਦੱਸੀਏ ਕਿਹਨੂੰ। ਖੈਰ ਅਗਲੀ ਗੱਲ ਤੇ ਚੱਲਦੇ ਆ। ਗਵਰਨਰ ਸਾਹਿਬ ਵੀ ਇੱਕ ਬੜੀ ਅਹਿਮ ਸਲਾਹ ਦੇ ਰਿਹਾ। ਉਹ ਕਹਿੰਦੇ ਜੇ 3000 ਵਾਲਾ ਸਫ਼ਰ 35000 ਚ ਕੀਤਾ ਜਾਵੇ, ਕਿੱਦਾਂ ਤਰਕ ਸੰਗਤ ਹੈ। ਜੇਕਰ ਸਾਡੇ ਇੰਨੇ ਭਵਨ ਨੇ ਦਿੱਲੀ ਦੇ ਵਿੱਚ, ਜ਼ਰੂਰੀ ਹੈ ਲਗਜ਼ਰੀ ਹੋਟਲਾਂ ਦੇ ਵਿੱਚ ਰਹਿਣਾ। ਮੈਂ ਪੁੱਛਣਾ ਚਾਹੁੰਦਾ ਇਹ ਗੱਲ ਦੇ ਉੱਤੇ ਕਿ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਜਿਹੜੀਆਂ ਕਿ ਵੱਖ-ਵੱਖ ਮੁੱਦਿਆਂ ਦੇ ਉੱਤੇ ਡਿਸਕਸ਼ਨ ਲਈ ਬੈਠਦੀਆਂ, ਕਿ ਪਿਛਲੇ 1.5 ਸਾਲ ਚ ਵੀ ਪੰਜਾਬ ਤੋਂ ਬਾਹਰ ਜਾ ਕੇ ਮੀਟਿੰਗਾਂ ਕਰਦੀਆਂ, ਸਾਰੇ ਸਵਾਲ ਇਕੱਠੇ ਕਰਕੇ ਅੱਗੇ ਤੁਰਦੇ ਆ। ਆਂਗਣਵਾੜੀ ਵਰਕਰਾਂ ਦੇ ਉੱਤੇ ਸਕੰਜਾ ਕੱਸਿਆ ਗਿਆ, ਜਾਂ ਸਿਆਸਤ ਕਰ ਲੋ ਜਾਂ ਕੰਮ ਕਰ ਲੋ, ਗੱਲ ਤਾਂ ਜਾਇਜ਼ ਲੱਗਦੀ ਆ। ਆਪਾਂ ਚੱਲਾਂਗੇ ਬਾਜਵਾ ਸਾਹਿਬ ਤੇ ਸੁਖਬੀਰ ਬਾਦਲ ਤੇ, ਪਰ ਉਸ ਤੋਂ ਪਹਿਲਾਂ ਕਿਸਾਨ, ਪੰਜਾਬ ਦੇ ਕਿਸਾਨ ਬਾਰੇ ਇਹ ਪਰਸੈਪਸ਼ਨ ਹੈ ਬੜੇ ਖੁਸ਼ਹਾਲ ਨੇ। ਇਹ ਤਾਂ ਦੇਸ਼ ਦਾ ਢਿੱਡ ਭਰਦੇ ਨਾ ਜੀ, ਅੰਨਦਾਤੇ ਨੇ, ਇਹਨਾਂ ਕੋਲ ਤਾਂ ਕੋਈ ਕਮੀ ਨਹੀਂ। ਪਤਾ ਉਦੋਂ ਲੱਗਿਆ ਸਭ ਤੋਂ ਵੱਧ ਖੁਸ਼ਹਾਲ, ਸਭ ਤੋਂ ਵੱਧ ਜੀਡ ਵਾਲਾ, ਸਭ ਤੋਂ ਵੱਧ ਮੰਡੀਕਰਨ ਵਾਲਾ ਇਹ ਸੂਬਾ, ਇਹਦੇ ਕਿਸਾਨ ਸਭ ਤੋਂ ਵੱਧ ਕਰਜ਼ਾਈ ਨੇ। ਔਰ ਇਸੇ ਤਰ੍ਹਾਂ ਕੈਗ ਦੀ ਇੱਕ ਰਿਪੋਰਟ ਕਹਿ ਰਹੀ ਹੈ ਕਿ ਨੈਸ਼ਨਲ ਹੈਲਥ ਮਿਸ਼ਨ ਚ ਬੇਨਿਜ਼ਮੀ ਆ। ਉਹਦੀ ਸਾਂਝ ਤੁਹਾਡੇ ਨਾਲ ਪਾਉਂਦੇ ਆ, ਲੇਕਿਨ ਗੱਲ ਇਹ ਵੀ ਕਰਨੀ ਬਣਦੀ ਆ ਕਿ ਜਦੋਂ ਕੋਰਟ 'ਚ ਮਾਮਲਾ ਆਉਂਦਾ ਤੇ ਆਖਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਦੋਵੇਂ ਸਰਕਾਰਾਂ ਉੱਤੇ ਔਰ ਥੱਲੇ ਵਾਲੀਆਂ ਰੁਚਿਤ ਕਿਉਂ ਨਹੀਂ। ਸਿੱਖਾਂ ਦੀ ਇਸ ਬਾਡੀ 'ਚ ਸਿੱਖਾਂ ਦੇ ਹੱਕ ਨੂੰ ਮਸਲਿਆ ਕਿਉਂ ਜਾ ਰਿਹਾ, ਕਿਉਂ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਲਗਾਤਾਰ 5 ਸਾਲ ਬਾਅਦ ਵੋਟਾਂ ਕਿਉਂ ਨਹੀਂ ਹੁੰਦੀਆਂ। ਹੁਣ 11-12 ਸਾਲ ਲੰਘਣ ਤੋਂ ਬਾਅਦ ਅਜੇ ਪੂਣੀ ਨਹੀਂ ਖੱਤੀ। ਆਖਰ ਮਨਸ਼ਾ ਕੀ ਆ, ਕੀ ਚਾਹੁੰਦੇ ਨੇ ਲੋਕ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਮੈਨੂੰ ਦੱਸਿਓ, ਪੰਜਾਬ ਦੇ ਲੋਕਪਾਲ ਜਦੋਂ ਗਵਰਨਰ ਨੂੰ ਲਿਖਦੇ ਆ, ਦੁੱਖ ਲਿਖਦੇ ਆ, ਔਰ ਅੱਖਰ ਅੱਖਰ ਚ ਪਰੋਇਆ ਹੋਇਆ ਦੁੱਖ, ਬੋਲ ਕੇ ਦੱਸਿਓ ਜਰਾ ਇਸ ਦੁੱਖ ਨੂੰ, ਸ਼ਾਇਦ ਕਹਿ ਹੋ ਜੇ। ਰੰਧਾਵਾ ਸਾਹਿਬ, ਮੈਨੂੰ ਤਾਂ ਯਾਦ ਆ ਗਿਆ ਉਹ ਰਾਮਲੀਲਾ ਮੈਦਾਨ 1 ਦਸ਼ਕ ਪਹਿਲਾਂ। ਉਦੋਂ ਅੰਨਾ ਹਜ਼ਾਰੇ ਜਦੋਂ ਬੈਠੇ ਸੀ ਨਾ ਭੁੱਖ ਹੜਤਾਲ ਤੇ, ਅਨਿਸ਼ਚਿਤਕਾਲੀਨ ਭੁੱਖ ਹੜਤਾਲ ਸੀ ਉਹਨਾਂ ਦੀ, ਤੇ ਬੜੀਆਂ ਵੱਡੀਆਂ ਗੱਲਾਂ ਉਦੋਂ ਹੋ ਰਹੀਆਂ ਸੀ ਲੋਕਪਾਲ ਦੀਆਂ ਕਿ ਮਜ਼ਬੂਤ ਲੋਕਪਾਲ ਬਣਾਇਆ ਜਾਏਗਾ। ਸਾਰੇ ਉਹਨਾਂ ਨੇ ਉਦੋਂ ਕਰੋੜਾਂ ਰੁਪਏ ਦੇ ਜਿਹੜੇ ਘਪਲੇ ਗਿਣਾਤੇ, ਚਾਹੇ ਉਹ 2G ਸਕੈਮ ਹੋਵੇ, ਚਾਹੇ ਆਦਰਸ਼ ਜਿਹੜੀ ਉਹ ਸੀਗੀ ਉਹਦਾ ਸਕੈਮ ਹੋਵੇ। ਮਤਲਬ ਕਿੰਨੇ ਘੁਟਾਲੇ ਉਦੋਂ ਆਏ। ਤਾਂ ਲੱਗਿਆ ਕਿ ਇੱਕ ਮਜ਼ਬੂਤ ਲੋਕਪਾਲ ਜਦੋਂ ਹੁਣ ਬਣੂਗਾ, ਜਦੋਂ ਸੱਤਾ ਪਲਟ ਜਾਏਗੀ ਤਾਂ ਮਜ਼ਬੂਤ ਜਿਹੜਾ ਲੋਕਪਾਲ ਆਣਾ ਹੈ ਉਹਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਪਰ ਅੱਜ ਅਸੀਂ 10 ਸਾਲ ਬਾਅਦ ਜਦੋਂ ਸੱਤਾ ਵਾਕਈ ਪਰਿਵਰਤਨ ਹੋ ਗਿਆ, ਚਾਹੇ ਉਹ ਦਿੱਲੀ 'ਚ ਵੀ ਹੋ ਗਿਆ, ਪੰਜਾਬ 'ਚ ਵੀ ਬਦਲਾਅ ਆ ਗਿਆ 1.5 ਸਾਲ ਪਹਿਲਾਂ, ਪਰ ਜਿਹੜੀਆਂ ਸਥਿਤੀਆਂ ਨੇ ਉਹ ਉੱਥੇ ਦੀਆਂ ਉੱਥੇ ਹੀ ਨੇ। ਜਦੋਂ ਮੈਂ ਇਹ ਰਿਪੋਰਟ ਦੇਖੀ ਹੈ ਆਪਣੀ ਲੋਕਪਾਲ ਸਾਹਿਬ ਨੇ ਜਿਹੜੀ ਭੇਜੀ ਹੈਗੀ ਹੈ ਗਵਰਨਰ ਸਾਹਿਬ ਨੂੰ, ਸੇਮ ਚੀਜ਼ਾਂ, ਕੋਈ ਫਰਕ ਨਹੀਂ। ਜਿਹੜੀਆਂ ਪਹਿਲਾਂ 2 ਸਾਲ ਪਹਿਲਾਂ ਲਿਖੀਆਂ ਅੱਜ ਵੀ ਉਹੀ। ਫਿਰ ਫਰਕ ਬਦਲਾਅ ਕੀ ਆਇਆ? ਮੈਂ ਤਾਂ ਇਹੀ ਸੋਚੀ ਜਾ ਰਿਹਾ ਸੀ ਵੀ ਇੰਨਾ ਜ਼ੋਰ ਲੱਗ ਗਿਆ 1 ਦਸ਼ਕ ਪਹਿਲਾਂ, ਇੰਨੀਆਂ ਵੱਡੀਆਂ ਕ੍ਰਾਂਤੀਕਾਰੀ ਪਾਰਟੀਆਂ ਬਾਹਰ ਆ ਗਈਆਂ, ਕ੍ਰਾਂਤੀਕਾਰੀ ਨੇਤਾ ਆ ਗਏ, ਪਰ ਬਦਲਾਅ ਕੋਈ ਨਹੀਂ ਆਇਆ। ਉਹੀ ਲੋਕਪਾਲ ਦੀਆਂ ਸ਼ਿਕਾਇਤਾਂ ਉਦੋਂ ਸੀ, ਉਹੀ ਲੋਕਪਾਲ ਆ ਜੀ। ਅੱਜ ਵੀ
ਸ਼ਿਕਾਇਤ ਜਿਹੜੇ ਜਸਟਿਸ ਵਿਨੋਦ ਭਾਰਦਵਾਜ ਨੇ, ਉਹ ਵਿਨੋਦ ਸ਼ਰਮਾ ਨੇ, ਉਹ ਇਹੀ ਕਰ ਰਹੇ ਨੇ ਕਿ ਜੀ ਮੇਰੇ ਕੋਲੇ ਕੋਈ ਸੂ ਮੋਟੋ ਲੈਣ ਦਾ ਅਧਿਕਾਰ ਨਹੀਂ ਹੈ। ਮੇਰੇ ਕੋਲੇ ਜੇ ਚਲੋ ਕੋਈ ਸ਼ਿਕਾਇਤ ਕਰ ਵੀ ਦਿੰਦਾ ਤੱਥਾਂ ਦੇ ਆਧਾਰ ਤੇ, ਮੇਰੇ ਕੋਲ ਜਾਂਚ ਕਰਵਾਉਣ ਲਈ ਬੰਦੇ ਹੀ ਨਹੀਂ ਹੈ। 6 ਸਿਪਾਹੀ ਨੇ ਸਿਰਫ ਮੇਰੇ ਕੋਲੇ, ਹੁਣ ਮੈਂ ਕੀ ਉਹਨਾਂ ਨਾਲ ਜਾਂਚ ਕਰਵਾਵਾਂ। ਸੋ ਜਿਹੜੀਆਂ ਜਾਂਚਾਂ ਵੀ ਭੇਜੀਆਂ ਜਾਂਦੀਆਂ ਨੇ ਉਹ ਵੀ ਅੱਗੇ ਉਹਨਾਂ ਤੇ ਕੋਈ ਕਾਰਵਾਈ ਨਹੀਂ। ਹੁਣ ਉਹਨਾਂ ਨੇ ਕਿਹਾ ਮੈਂ 3 ਸਾਲਾਂ 'ਚ, ਇਹ ਸਭ ਦੇ ਬਾਵਜੂਦ 3 ਸਾਲਾਂ 'ਚ 800 ਕੇਸਾਂ ਦਾ ਨਿਪਟਾਰਾ ਕੀਤਾ। ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਸੇ ਨੂੰ ਸਜ਼ਾ ਵੀ ਹੋਈ ਹੈ ਕਿ ਨਹੀਂ ਹੋਈ, ਕਿ ਸਭ ਫਿਰ ਫਾਈਲ ਹੀ ਹੋ ਗਏ। ਜੇ ਸਿਰਫ ਸਭ ਫਾਈਲ ਹੀ ਹੋਣੇ ਨੇ ਤਾਂ ਫਿਰ ਮਤਲਬ ਨਿਪਟਾਰਾ ਫਿਰ ਤਾਂ ਜਿਹੜੇ ਬਾਕੀ ਰਹਿ ਗਏ ਫਿਰ ਉਹਨਾਂ ਦਾ ਵੀ ਹੋ ਜੇ। ਸੋ ਉਹਨਾਂ ਨੇ ਜਿਹੜੇ ਦਰਦ ਨੇ ਮੈਨੂੰ ਲੱਗਦਾ ਕਿ ਕਾਫੀ ਠੀਕ ਨੇ, ਠੀਕ ਜਾਪ ਰਹੇ ਨੇ ਮੈਨੂੰ। ਔਰ ਕਮਾਲ ਦੀ ਗੱਲ ਇਹ ਹੈ ਕਿ ਇਹ ਰਿਪੋਰਟ ਹਰ ਵਾਰੀ ਜਿਹੜੇ ਗਵਰਨਰ ਸਾਹਿਬ ਹੈਗੇ ਆ ਉਹ ਵਿਧਾਨ ਸਭਾ ਦੀ ਪਟਲ ਤੇ ਰੱਖਣ ਲਈ ਭੇਜੇ ਹੁੰਦੇ ਆ। ਜੇ ਮੈਂ ਤੁਹਾਨੂੰ ਵਿਧਾਨ ਸਭਾ ਦਾ ਉਹ ਦ੍ਰਿਸ਼ ਦਿਖਾ ਦਾਂ ਕਿਸੇ ਦਿਨ ਫੋਟੋ ਖਿੱਚ ਕੇ ਜਾਂ ਵੀਡੀਓ ਤੇ, ਤੁਸੀਂ ਹੈਰਾਨ ਹੋ ਜਾਓਗੇ। ਢੇਰਾਂ ਦੇ ਢੇਰ ਲੱਗੇ ਹੁੰਦੇ ਆ। ਇਹ ਜਿੰਨੀਆਂ ਲੋਕਪਾਲ, ਹੋਰ ਜਿਹੜੇ ਕਾਰਪੋਰੇਸ਼ਨਸ ਨੇ, ਹੋਰ ਜਿਹੜੇ ਬੋਰਡ ਨੇ, ਉਹਨਾਂ ਦੀਆਂ ਐਨੂਅਲ ਰਿਪੋਰਟਾਂ ਆਉਂਦੀਆਂ ਨੇ। ਇੰਨਾ ਢੇਰ ਲੱਗਿਆ ਹੁੰਦਾ ਹੈ, ਕਿਸੇ ਇੱਕ ਐਮਐਲਏ ਦੀ ਇੰਨੀ ਉਹ ਨਹੀਂ ਹੁੰਦੀ ਕਿ ਉਹ ਉਹਨੂੰ ਲੈ ਜੇ ਤੇ ਪੜ੍ਹੇ ਯਾਰ ਕਿ ਆਖਿਰ ਉਹਨਾਂ ਨੇ ਲਿਖਿਆ ਕੀ ਸੀ, ਤੇ ਆਪਾਂ ਘੱਟੋ ਘੱਟ ਉਸ ਤੇ ਡਿਸਕਸ ਕਰ ਲਈਏ। ਕੋਈ ਸ਼ਿੱਦਤ ਨਹੀਂ ਕਰਦਾ। ਮਤਲਬ ਇਸ ਗੱਲ ਨੂੰ ਤੁਸੀਂ ਇਹ ਦੇਖੋ ਕਿ ਕਰੋੜਾਂ ਰੁਪਈਆ ਸਾਡਾ ਇਸ ਗੱਲ ਦੇ ਉੱਤੇ ਖਰਚ ਹੋ ਰਿਹਾ ਕਿ ਅਸੀਂ ਰਿਪੋਰਟਾਂ ਢੇਰ ਲਗਾਈ ਜਾ ਰਹੇ ਹਾਂ ਉੱਥੇ, ਕਿਉਂਕਿ ਉਹ ਮੈਂਡੇਟਰੀ ਹੈ। ਵਿਧਾਨ ਸਭਾ 'ਚ ਜਦੋਂ ਰੱਖੀ ਜਾਂਦੀ ਹੈ, ਮੈਂਡੇਟਰੀ ਹੈ ਕਿ ਹਰ ਵਿਧਾਇਕ ਦੇ ਹੱਥ 'ਚ ਹੋਵੇ, ਹਰ ਅਫਸਰ ਕੋਲੇ ਪਹੁੰਚੇ, ਹਰ ਪੱਤਰਕਾਰ ਕੋਲੇ ਪਹੁੰਚੇ। ਪਰ ਉਹਨੂੰ ਪੜ੍ਹਨ ਦੀ ਜ਼ਹਿਮਤ ਹੀ ਨਹੀਂ ਕੋਈ ਉਠਾਉਂਦਾ। ਤੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੂੰ ਇਹ ਰਿਪੋਰਟ ਭੇਜੀ ਜਾਂਦੀ ਹੈ, ਉਹਨਾਂ ਨੇ ਕਦੀ ਉਹਨਾਂ ਦੀਆਂ ਸਿਫਾਰਿਸ਼ਾਂ ਨਹੀਂ ਦੇਖੀਆਂ ਵੀ ਉਹਨਾਂ ਨੇ ਕੀ ਮੰਗਾਂ ਰੱਖੀਆਂ, ਕੀ ਉਹਨਾਂ ਨੂੰ ਚਾਹੀਦਾ। ਆਪਾਂ ਘੱਟੋ ਘੱਟ ਉਹਨਾਂ ਨੂੰ ਪੂਰਾ ਤਾਂ ਕਰ ਦਈਏ, ਕਿਉਂਕਿ ਅਸੀਂ ਤਾਂ ਉਹਨਾਂ ਲੋਕਾਂ ਦੀ ਗੱਲ ਕਰਕੇ ਹੀ ਇੱਥੇ ਪਹੁੰਚੇ ਹਾਂ, ਲੋਕਪਾਲ, ਮਜ਼ਬੂਤ ਲੋਕਪਾਲ ਦੀ ਗੱਲ ਕਰਕੇ ਹੀ ਇੱਥੇ ਪਹੁੰਚੇ ਹਾਂ। ਇੱਕ ਇਹਦੇ ਵਿੱਚ ਛੋਟੀ ਜਿਹੀ ਗੱਲ ਹੋਰ ਕਰਨੀ ਚਾਹੂੰਗਾ, ਉਹ ਵੀ ਇਹ ਕਿ ਸਰਕਾਰ ਬਣਦੇ ਸਾਰ, ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਵਿਜੀਲੈਂਸ ਕਮਿਸ਼ਨ ਨੂੰ ਵੀ ਭੰਗ ਕੀਤਾ ਸੀ ਇਹਨਾਂ ਨੇ ਆਂਦੇ ਸਾਰ। ਔਰ ਮੈਂ ਉਹਦਾ ਸਟੇਟਮੈਂਟ ਪੜ੍ਹੀ ਹੈ। ਉਹਦੀ ਸਟੇਟਮੈਂਟ 'ਚ ਸੀ ਕਿ ਅਸੀਂ ਇੱਕ ਮਜ਼ਬੂਤ ਲੋਕਪਾਲ ਬਣਾਉਣਾ ਚਾਹੁੰਦੇ ਹਾਂ, ਇਸ ਕਰਕੇ ਜਿਹੜਾ ਇਹ ਅਸੀਂ ਕਮਿਸ਼ਨ ਨੂੰ ਭੰਗ ਕਰਤੇ ਆ, ਤੇ ਭੰਗ ਕਰਕੇ ਅਸੀਂ ਇੱਕ ਮਜ਼ਬੂਤ ਲੋਕਪਾਲ ਬਣਾਵਾਂਗੇ। ਕੀ ਹੋਏਗਾ ਉਹਦੀ ਰੂਪਰੇਖਾ ਉਸ 'ਚ ਕੁਝ ਨਹੀਂ ਦੱਸੀ, ਸਿਰਫ ਇਹੀ ਕਿਹਾ ਗਿਆ ਕਿ ਮਜ਼ਬੂਤ ਲੋਕਪਾਲ ਬਣਾਵਾਂਗੇ। ਅੱਜ ਤੱਕ ਉਹ ਬਿੱਲ ਪਾਸ ਨਹੀਂ ਹੋਇਆ। ਮੈਨੂੰ ਨਹੀਂ ਲੱਗਦਾ ਕਿ ਕਦੀ ਚੀਫ ਮਿਨਿਸਟਰ ਨੇ ਜਾਂ ਸਾਡੇ ਸਪੀਕਰ ਸਾਹਿਬ ਨੇ ਗਵਰਨਰ ਸਾਹਿਬ ਨੂੰ ਰਿਮਾਈਂਡਰ ਵੀ ਪਾਇਆ ਹੋਵੇ ਕਿ ਜੀ ਉਹ 1 ਸਾਲ ਹੋ ਗਿਆ ਪਏ ਨੂੰ, ਉਹ ਜੁਲਾਈ ਮਹੀਨੇ 'ਚ ਪਾਸ ਕਰਕੇ ਆਪਾਂ ਭੇਜਿਆ ਸੀਗਾ, ਅਗਲੀ ਜੁਲਾਈ ਵੀ ਲੰਘ ਗਈ, ਅਗਸਤ ਆ ਗਿਆ, ਤੇ ਘੱਟੋ ਘੱਟ ਉਹ ਬਿੱਲ ਦੇ ਬਾਰੇ ਕੁਝ ਦੱਸੋ, ਪਾਸ ਕਰਨਾ ਹੈ ਕਿ ਨਹੀਂ ਕਰਨਾ, ਕੀ ਦਿੱਕਤ ਆ ਉਹਦੇ 'ਚ, ਕਿਉਂ ਨਹੀਂ ਪਾਸ ਕਰ ਰਹੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ, ਸਾਰੀਆਂ ਦੀਆਂ ਸਾਰੀਆਂ ਏਦਾਂ ਲੱਗ ਰਹੀਆਂ ਜਿਵੇਂ ਅਸੀਂ ਸਿਰਫ ਰਸਮ ਅਦਾਇਗੀਆਂ ਕਰ ਰਹੇ ਹੋਈਏ ਬੈਠੇ, ਹੋਰ ਸਾਡਾ ਕੋਈ ਕੰਮ ਨਹੀਂ ਹੈ। ਇੰਦਰਪ੍ਰੀਤ ਜੀ, ਮੈਨੂੰ ਥੋੜਾ ਜਿਹਾ ਸਪਸ਼ਟ ਕਰ ਦਿਓ, ਫਿਰ ਅੱਗੇ ਵੱਧਦੇ ਹਾਂ। ਕਿ ਜਦੋਂ 9 ਸਫ਼ਿਆਂ ਦਾ ਇਹ ਪੱਤਰ ਗਵਰਨਰ ਪੰਜਾਬ ਨੂੰ ਲਿਖਦੇ ਨੇ ਰਿਟਾਇਰਡ ਜਸਟਿਸ ਵਿਨੋਦ ਸ਼ਰਮਾ, ਲੋਕਪਾਲ ਪੰਜਾਬ, ਉਹਦੇ ਵਿੱਚ ਇਹ ਲਿਖਦੇ ਆ ਕਿ ਮੈਂ ਬਾਰ-ਬਾਰ ਤੁਹਾਨੂੰ ਯਾਦ ਕਰਾਇਆ ਜੀ, ਮੈਂ ਬਾਰ-ਬਾਰ ਚਿੱਠੀਆਂ ਲਿਖ ਰਿਹਾ, ਮੇਰੀ ਕਿਸੇ ਚਿੱਠੀ ਦੇ ਉੱਤੇ ਕੋਈ ਕੰਮ ਨਹੀਂ ਹੋਇਆ। ਕੀ ਗਵਰਨਰ ਪੰਜਾਬ ਇਸ ਤਰ੍ਹਾਂ ਦੀਆਂ ਚਿੱਠੀਆਂ ਮੁੱਖ ਮੰਤਰੀ ਨੂੰ ਭੇਜਦੇ ਆ, ਕਿਸੇ ਹੋਰ ਮਹਿਕਮੇ ਨੂੰ ਭੇਜਦੇ ਆ? ਗਵਰਨਰ ਨੇ ਤਾਂ ਮੁੱਖ ਮੰਤਰੀ ਨੂੰ ਹੀ ਲਿਖਣਾ ਹੁੰਦਾ, ਜਨਰਲ ਐਡਮਿਨਿਸਟ੍ਰੇਸ਼ਨ ਨੂੰ ਲਿਖਣਾ ਹੁੰਦਾ, ਜਿਹੜੇ ਵਿੱਚ ਪੁਲ ਦਾ ਕੰਮ ਕਰਦੇ ਆ, ਜਿਹੜੇ ਪੰਜਾਬ ਦੇ ਵੱਡੇ ਅਧਿਕਾਰੀ ਲਾਏ ਹੁੰਦੇ। ਅੱਜ ਕੱਲ ਕੇ ਸ਼ਿਵਾ ਪ੍ਰਸ਼ਾਦ ਹੈ, ਹਾਲਾਂਕਿ ਕੱਲ ਦਾ ਉਹਨਾਂ ਨੇ ਅਜੇ ਉਸ ਮਾਮਲੇ 'ਚ ਵੀ ਕੋਈ ਆਪਣੀ ਸਫਾਈ ਨਹੀਂ ਦਿੱਤੀ ਕਿ ਉਹਨਾਂ ਨੇ ਰੂਰਲ ਡਿਵੈਲਪਮੈਂਟ ਦੇ ਕਮਿਸ਼ਨਰ ਹੁੰਦਿਆਂ, ਫਾਈਨੈਂਸ਼ੀਅਲ ਕਮਿਸ਼ਨਰ ਹੁੰਦਿਆਂ ਜਿਹੜਾ ਕੰਮ ਕੀਤਾ, ਕੁਲਦੀਪ ਸਿੰਘ ਨੂੰ ਅਪਰੂਵਲ ਦਿੱਤੀ ਹੈ ਐਜ ਆ ਏਡੀਸੀ ਲਾਉਣ ਦੀ, ਅਜੇ ਤੱਕ ਉਹਨਾਂ ਨੇ ਕੁਝ ਨਹੀਂ ਕਿਹਾ। ਪਰ ਜਿਹੜਾ ਇਹ ਕੰਮ ਹੈ ਉਹਨਾਂ ਦਾ ਕਿ ਗਵਰਨਰ ਹਾਊਸ ਦੇ ਵਿੱਚ ਪਹੁੰਚੀ ਕਿਸੇ ਵੀ ਗੱਲ ਨੂੰ ਮੁੱਖ ਮੰਤਰੀ ਤੱਕ ਜਾਂ ਚੀਫ ਸੈਕਟਰੀ ਤੱਕ ਪਹੁੰਚਾਉਣਾ, ਮੈਂ ਸਮਝਣਾ ਚਾਹੁੰਦਾ ਕਿ ਕਿੱਥੇ ਕਿ ਜੇ ਝੋਲ ਆ। 1.5 ਸਾਲ ਤੋਂ ਇਹ ਸਰਕਾਰ ਚੱਲ ਰਹੀ ਆ ਔਰ ਅਗਲੇ ਸਮੇਂ 'ਚ ਇਲੈਕਸ਼ਨ ਆ ਗਈ 24 ਦੇ ਵਿੱਚ, ਮੈਨੂੰ ਨਹੀਂ ਲੱਗਦਾ ਲੋਕਪਾਲ ਦੇ ਨਾਂ ਤੇ ਕੁਝ ਹੋਣ ਵਾਲਾ ਹੈ। ਤਾਂ ਫਿਰ ਇਹਨਾਂ ਦਾ ਵੀ ਚਿਹਰਾ ਚੁਰਾਹੇ 'ਚ ਨੰਗਾ ਹੋ ਰਿਹਾ। ਮੈਨੂੰ ਦੱਸਿਓ ਕਮੀ ਕਿੱਥੇ ਆ, ਕੌਣ ਨਹੀਂ ਚਿੱਠੀਆਂ ਦਾ ਜਵਾਬ ਦਿੰਦਾ? ਨਹੀਂ, ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਨਾ ਰੰਧਾਵਾ ਸਾਹਿਬ, ਉਹ ਇਹ ਹੈ ਕਿ ਜਿਹੜੀ ਵੀ ਰਿਪੋਰਟ, ਇਹ ਰਿਪੋਰਟ ਦੇ ਨਾਲ ਜਾਂਦੀ ਹੈ, ਚਿੱਠੀ ਉਹਦੇ ਉੱਪਰ ਲੱਗ ਗਈ ਹੈ, ਰਿਪੋਰਟ ਉਹਦੇ ਥੱਲੇ ਹੈ, ਇਹ ਨਾਲ ਫਾਰਵਰਡ ਹੋ ਕੇ ਉੱਥੇ ਜਾਂਦੀ ਹੈ। ਤਾਂ ਉਹ ਐਜ਼ ਇਟ ਇਜ਼ ਹੀ ਜੋ ਗਵਰਨਰ ਸਾਹਿਬ ਦਾ ਕੰਮ ਸਿਰਫ ਇੰਨਾ ਕੀ ਹੈ, ਰਾਜ ਭਵਨ ਦਾ ਕੰਮ, ਕਿ ਉਹ ਸਰਕਾਰ ਨੂੰ ਭੇਜ ਦੇ ਤਾਂ ਕਿ ਇਹਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾ ਸਕੇ। ਦਿੱਕਤ ਇਹ ਹੈ ਕਿ ਉਹਨਾਂ ਚਿੱਠੀਆਂ ਨੂੰ ਪੜ੍ਹਨ ਦਾ ਕੋਈ ਯਤਨ ਹੀ ਨਹੀਂ ਕਰ ਰਿਹਾ, ਜਾਂ ਜੇ ਯਤਨ ਕਰ ਰਿਹਾ ਤਾਂ ਇਹ ਕਹਿ ਕੇ ਵੀ ਯਾਰ ਸਾਡੇ ਕੋਲ ਵੀ ਕਿਹੜਾ ਹੋਰ ਅਫਸਰ ਹੈਗੇ ਨੇ ਜਾਂ ਕਿਤੇ ਕੰਮ ਕਰਨ ਲਈ ਤਾਂ ਪਹਿਲਾਂ ਹੀ ਘਾਟ ਹੈ। ਉਹਨਾਂ ਨੂੰ ਕੋਈ ਵੀ ਸਟਾਫ ਨਹੀਂ ਦਿੱਤਾ ਜਾ ਰਿਹਾ। 6 ਸਿਪਾਹੀ ਤੁਸੀਂ ਦੇਖੋ ਨਾ, ਇੱਕ ਲੋਕਪਾਲ ਜਿਹੜਾ ਕਿ ਮਿਨਿਸਟਰਾਂ ਦੀਆਂ
ਜਾਂ ਹੋਰ ਵੱਡੇ ਵੱਡੇ ਬੰਦਿਆਂ ਦੀਆਂ ਇਨਕੁਆਇਰੀਆਂ ਕਰਨ ਲਈ ਲਗਾਇਆ ਗਿਆ ਹੈ। ਉਹਦੇ ਕੋਲ 6 ਸਿਪਾਹੀ ਨੇ। ਤੁਸੀਂ ਆਪ ਸੋਚ ਸਕਦੇ ਹੋ ਵੀ ਕੀ ਉਹ ਸਿਪਾਹੀਆਂ ਦਾ ਲੈਵਲ ਇਦਾਂ ਦਾ ਹੈ ਵੀ ਉਹ ਉਸ ਤਰ੍ਹਾਂ ਦੀ ਜਾਂਚ ਕਰ ਸਕਣਗੇ। ਤਾਂ ਇਹ ਮੈਨੂੰ ਲੱਗਦਾ ਇਹ ਆਈ ਵਾਸ਼ ਤੋਂ ਜ਼ਿਆਦਾ ਕੁਝ ਨਹੀਂ ਹੈ ਵੀ ਦਿਖਾਣ ਨੂੰ, ਕਿਉਂਕਿ ਇੱਕ ਅਨਿਵਾਰਤਾ ਹੈ ਵੀ ਆਪਾਂ ਨੇ ਜ਼ਰੂਰ ਬਣਾਉਣਾ ਹੈ ਲੋਕਪਾਲ। ਇਹ ਦੱਸਣ ਦੇ ਬਾਰੇ ਲੋਕਾਂ ਨੂੰ ਵੀ ਦੇਖੋ ਅਸੀਂ ਲੋਕਪਾਲ ਬਣਾਇਆ ਹੋਇਆ, ਤੁਸੀਂ ਇੱਥੇ ਸ਼ਿਕਾਇਤ ਕਰ ਸਕਦੇ ਹੋ, ਪਰ ਅਸਲ 'ਚ ਜਿਹੜਾ ਉਹਦਾ ਕੰਮ ਹੈ ਉਹ ਨਹੀਂ ਹੋ ਰਿਹਾ। ਜਿਹੜੀ ਚਿੱਠੀਆਂ ਸੀ ਮੇਰਾ ਸਵਾਲ ਤਾਂ ਉੱਥੇ ਖੜਾ ਹੈ ਕਿ ਰਿਪੋਰਟ ਤਾਂ ਆਪਣੀ ਜਗ੍ਹਾ ਠੀਕ ਆ, ਉਹਨੂੰ ਟੇਬਲ ਕਰ ਦਿਓ ਔਰ ਉਹਦੇ ਉੱਤੇ ਵਿਧਾਨ ਸਭਾ ਫੈਸਲਾ ਲਊਗੀ ਕਿ ਇੱਥੇ ਹੁਣ ਕੀ ਕਰਨਾ ਹੈ, ਠੀਕ ਹੈ ਨਾ, ਕਿਹੜੇ ਕੇਸ ਨੂੰ ਤੁਸੀਂ ਅੱਗੇ ਟ੍ਰਾਇਲ 'ਚ ਲੈ ਕੇ ਜਾਣਾ ਜਾਂ ਫਰਦਰ ਜਾਂਚ ਕਰਾਉਣੀ, ਇਹੀ ਮਾਮਲਾ ਹੈ ਨਾ। ਲੇਕਿਨ ਮਾਮਲਾ ਇਸ ਗੱਲ ਤੇ ਖੜਾ ਹੈ ਕਿ ਜਿਹੜੀ ਉਹਦੇ ਨਾਲ ਚਿੱਠੀ ਲਿਖੀ ਜਾਂਦੀ ਹੈ ਜਾਂ ਉਸ ਤੋਂ ਇਲਾਵਾ ਕੋਈ ਚਿੱਠੀ ਲਿਖੀ ਜਾਂਦੀ ਆ, ਉਹਦੇ ਵਿੱਚ ਤਾਂ ਲੋਕਪਾਲ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਕੁਝ ਕਹਿ ਰਹੇ ਨੇ ਨਾ, ਜਿਹੜੇ ਲੋਕਪਾਲ ਨੂੰ ਤੁਸੀਂ ਆਪਣਾ ਹੀ ਨਹੀਂ ਮੰਨ ਰਹੇ। ਤੁਸੀਂ ਇੱਕ ਟੁੱਚੇ ਜੇ ਕਿਸੇ ਵਿਅਕਤੀ ਨੂੰ 10-10 ਗਨਮੈਨ ਦੇ ਦਿੰਦੇ ਹੋ, ਪਤਾ ਨਹੀਂ ਆਧਾਰ ਕੀ ਹੁੰਦੇ ਆ। ਇੱਥੇ ਆਣ ਕੇ ਤੁਸੀਂ ਆਪਣਾ ਕੋਈ 150 ਬੰਦੇ ਦਾ ਸਟਾਫ ਨਹੀਂ ਦੇ ਰਹੇ, ਤੁਹਾਡੀ ਨੀਅਤ 'ਚ ਖੋਟ ਨਹੀਂ ਤਾਂ ਹੋਰ ਕੀ ਆ। ਫਿਰ ਲੋਕ ਤੁਹਾਡੇ ਰਹਿਮੋ ਕਰਮ ਤੇ ਰਹਿਣਗੇ ਕਿ ਮੁੱਖ ਮੰਤਰੀ ਸਾਹਿਬ ਫਲਾਣੇ ਦੀ ਜਾਂਚ ਕਰਾ ਦਿਓ, ਮੁੱਖ ਮੰਤਰੀ ਸਾਹਿਬ ਰਾਜਿਆਂ ਵਾਂਗ ਆਰਡਰ ਕਰ ਦੇਣਗੇ ਵਿਜੀਲੈਂਸ ਨੂੰ ਕਿ ਫਲਾਣੇ ਦੀ ਤੋੜ ਦਿਓ, ਬਾਕੀਆਂ ਦੀਆਂ ਪਈਆਂ ਰਹਿਣਗੀਆਂ। ਗੱਲ ਤਾਂ ਇਹੀ ਹੈ ਜੀ। ਜੀ ਬਿਲਕੁਲ ਬਿਲਕੁਲ ਇਹੀ ਗੱਲ ਹੈ। ਇਸੇ ਕਰਕੇ ਹੀ ਜਿੰਨੇ ਵੀ ਅਸੀਂ, ਮੈਂ ਤੁਹਾਨੂੰ ਕਹਿ ਰਿਹਾ ਵੀ ਜਿਹੜੇ ਗੰਭੀਰ ਮਾਮਲੇ ਨੇ ਉਹ 89 ਦੇ ਕਰੀਬ, ਤਾਂ ਜਸਟਿਸ ਸਾਹਿਬ ਨੇ ਐਤਕੀ ਵੀ ਕਿਹਾ ਕਿ 89 ਮਾਮਲੇ ਹੈਗੇ ਨੇ ਜਿਹੜੇ ਮੰਤਰੀਆਂ ਨਾਲ, ਵਿਧਾਇਕਾਂ ਨਾਲ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨਾਂ ਨਾਲ ਸੰਬੰਧਿਤ ਨੇ। ਉਹ ਸਾਰੇ ਦੇ ਸਾਰੇ ਉਸੇ ਤਰ੍ਹਾਂ ਹੀ ਪਏ ਨੇ ਕਿਉਂਕਿ ਉਹ ਗੰਭੀਰ ਜਾਂਚ ਦਾ ਵਿਸ਼ਾ ਨੇ ਤੇ ਉਹਦੇ ਲਈ ਉਹ ਤਾਂ ਉਸੇ ਤਰ੍ਹਾਂ ਦੇ ਐਕਸਪਰਟ ਚਾਹੀਦੇ ਨੇ ਜਿਹੜੇ ਕਿ ਲੋਕਪਾਲ ਕੋਲੇ ਹੈ ਹੀ ਨਹੀਂ। ਮੈਨੂੰ ਲੱਗਦਾ ਕਿ ਜਦੋਂ ਅਸੀਂ ਲੋਕਪਾਲ, ਮਜ਼ਬੂਤ ਲੋਕਪਾਲ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕਰਨਾਟਕ ਵਾਲਾ ਲੋਕਪਾਲ ਦੇਖ ਲੈਣਾ ਚਾਹੀਦਾ ਹੈ। ਦੇਖੋ ਹੁਣ ਉੱਥੇ ਉਹ ਕਿਵੇਂ ਪਾਵਰਫੁਲ ਹੈ, ਕਿਵੇਂ ਉਸ ਮੋਟੋ ਲੈ ਕੇ ਜਾਂਚ ਕਰਵਾ ਸਕਦਾ, ਆਪਣੇ ਤੌਰ ਤੇ ਰੇਡ ਕਰਾ ਸਕਦਾ, ਸਭ ਕੁਝ ਕਰਾ ਸਕਦਾ। ਉਹ ਹੁੰਦਾ ਲੋਕਪਾਲ। ਇਹ ਨਹੀਂ ਕਿ ਅਸੀਂ ਸਿਰਫ ਗੱਲਾਂ ਕਰਕੇ ਲੋਕਪਾਲ ਬਣੇ। ਇਹ ਸਾਰਾ ਗੱਲਾਂ ਦਾ ਕੜਾ ਬਣਾ ਰਹੇ ਨੇ, ਇਸ ਤੋਂ ਜ਼ਿਆਦਾ ਕੁਝ ਨਿਕਲਣ ਵਾਲਾ ਹੈ ਨਹੀਂ। ਭਾਸਕਰ ਸਾਹਿਬ, ਤਕਲੀਫ ਦਰ ਤਕਲੀਫ ਸਿਲਸਿਲਾ ਜਿਹਾ ਬਣਦਾ ਜਾਂਦਾ ਹੈ। ਗੱਲ ਸਾਫ਼ ਟਰਾਂਸਪੇਰੈਂਟ ਪ੍ਰਸ਼ਾਸਨ ਦੀ ਹੁੰਦੀ, ਸਰਕਾਰਾਂ ਦੀ ਹੁੰਦੀ, ਪਰ ਅਕਸਰ ਪਰਦਾਦਾਰੀਆਂ 'ਚ ਸਾਰਾ ਕੁਝ ਹੋ ਰਿਹਾ। ਮੈਂ ਸਮਝਣਾ ਚਾਹੂੰਗਾ, ਹਾਲਾਂਕਿ ਤੁਹਾਡੀ ਟਿੱਪਣੀ ਬਣਦੀ ਹੈ ਇਹਦੇ ਤੇ ਲੋਕਪਾਲ ਵਾਲੇ ਮਾਮਲੇ 'ਚ, ਮੈਨੂੰ ਤੁਹਾਡੇ ਤੋਂ ਇਹ ਵੀ ਸਮਝਣਾ ਹੈ ਕਿ ਜਦੋਂ ਵਿਜੀਲੈਂਸ ਹਲਫਨਾਮਾ ਦਾਇਰ ਕਰਦੀ ਹੈ ਹਾਈ ਕੋਰਟ 'ਚ ਜਾ ਕੇ, ਦੁੱਖ ਤੇ ਉਹਦਾ ਵੀ ਹੈ ਕਿ ਸਾਨੂੰ ਤੁਸੀਂ ਲੜਨ ਲਈ ਕਹਿੰਦੇ ਹੋ, ਹੱਥ ਪਿੱਛੇ ਬੰਨ ਦਿੰਦੇ ਹੋ। ਦਿਓ 17 ਇਹ ਕਿੰਨੀ ਕਾ 19 ਇਹ 17 ਇਹ ਦੀਆਂ ਪ੍ਰਵਾਨਗੀਆਂ, ਤੁਸੀਂ ਪ੍ਰਵਾਨਗੀਆਂ ਦਿੰਦੇ ਨਹੀਂ ਪੋਲੀਟੀਸ਼ੀਅਨਾਂ ਦੇ ਖਿਲਾਫ, ਬਿਊਰੋਕਰੇਟਸ ਦੇ ਖਿਲਾਫ, ਤੇ ਲੜੀਏ ਕਿੱਦਾਂ? ਅਸੀਂ ਇਨਵੈਸਟੀਗੇਸ਼ਨ 'ਚ ਫਸੇ ਰਹਿੰਦੇ ਆ ਤੇ ਬੰਦੇ ਜਿਹੜੇ ਨੇ ਉਹ ਚੁੱਪ ਕਰਕੇ ਰਾਹ ਰਸਤਾ, ਕਿਉਂਕਿ ਜਿੰਨਾ ਚਿਰ ਜਾਂਚ ਲਈ ਤੁਹਾਨੂੰ ਬਕਾਇਦਾ ਪਰਮਿਸ਼ਨ ਨਹੀਂ ਮਿਲਦੀ ਉਹਨਾਂ ਚਿਰ ਤੁਸੀਂ ਕੋਰਟਾਂ 'ਚ ਕੇਸ ਨਹੀਂ ਸ਼ੁਰੂ ਕਰਾ ਸਕਦੇ। ਸੋ ਮਾਮਲੇ ਫਸ ਜਾਂਦੇ ਆ ਤੇ ਫਸੇ ਰਹਿੰਦੇ ਆ। ਠੀਕ ਹੈ ਜੀ, ਜਿੱਥੇ ਤੱਕ ਲੋਕਪਾਲ ਦੀ ਗੱਲ ਹੈਗੀ ਹੈ, ਮੈਨੂੰ ਯਾਦ ਆ ਰਿਹਾ, ਬਿਲਕੁਲ ਠੀਕ ਗੱਲ ਹੈ। ਇੰਦਰਪ੍ਰੀਤ ਉਹਨਾਂ ਨੇ ਵੀ ਕਿਹਾ, ਟੋਪੀ ਪਾਈ ਹੋਈ ਸੀ ਔਰ ਉਹਦੇ ਵਿੱਚ ਲਿਖਿਆ ਸੀ ਸਾਨੂੰ ਚਾਹੀਦਾ ਪੂਰਨ ਸਵਰਾਜ। ਔਰ ਲੋਕਪਾਲ ਦੀ ਗੱਲ ਪੰਜਾਬ ਦੇ ਵਿੱਚ ਵੀ ਕਈ ਅੰਨਾ ਹਜ਼ਾਰੇ ਦੇ ਸਮਰਥਨ ਦੇ ਵਿੱਚ ਲੋਕਾਂ ਨੇ ਆਪਣੇ ਆਪ ਇੱਕ ਪ੍ਰੋਫੈਸ਼ਨ ਜਿਹਾ ਕੱਢਿਆ ਸੀਗਾ ਵੀ ਸਾਨੂੰ ਲੋਕਪਾਲ ਚਾਹੀਦਾ ਹੈ। ਔਰ ਲੋਕਪਾਲ ਜਾਣਦੇ ਨਹੀਂ ਸੀ ਆਮ ਆਦਮੀ ਕੌਣ ਹੋਏਗਾ, ਪਰ ਇਹ ਪਤਾ ਸੀਗਾ ਵੀ ਜੋ ਵੀ ਲੋਕਪਾਲ ਹੋਏਗਾ ਉਹ ਇੱਕ ਕਰਪਸ਼ਨ ਨੂੰ ਖਤਮ ਕਰਨ ਦੇ ਵਿੱਚ ਸਮਰਥ ਹੋਏਗਾ। ਪੰਜਾਬ ਦੇ ਵਿੱਚ ਸਰਕਾਰ ਬਣੀ 1.5 ਸਾਲ ਪਹਿਲੇ, ਲੋਕਪਾਲ ਦੀ ਨਿਯੁਕਤੀ ਹੋਈ 3 ਸਾਲ ਪਹਿਲੇ। 1.5 ਸਾਲ ਬਾਅਦ ਜਦ ਬਦਲਾਵ ਦੀ ਸਰਕਾਰ ਆਈ ਤੇ ਲੋਕਪਾਲ ਸਾਹਿਬ ਜਸਟਿਸ ਜਿਹੜੇ ਵਿਨੋਦ ਸ਼ਰਮਾ, ਉਹਨਾਂ ਨੂੰ ਵੀ ਲੱਗਿਆ ਹੋਏਗਾ ਵੀ ਹੁਣ ਸਾਡੀ ਸਰਕਾਰ ਆ ਗਈ, ਹੁਣ ਮੈਂ ਤੇ ਮਜ਼ਬੂਤ ਹੋਊਂਗਾ ਹੀ। ਲੇਕਿਨ ਅੱਜ ਤੱਕ ਜਿਸ ਤਰੀਕੇ ਨਾਲ ਇਹ ਚਿੱਠੀਆਂ ਦਾ ਜ਼ਿਕਰ ਹੋ ਰਿਹਾ, ਕੋਈ ਮਜ਼ਬੂਤੀ ਨਹੀਂ ਆਈ। ਰਾਦਰ ਉਹ ਮਜ਼ਬੂਤ ਲੋਕਪਾਲ ਦੀ ਗੱਲ ਕਰਨ ਵਾਲਿਆਂ ਨੇ ਮਜਬੂਰ ਲੋਕਪਾਲ ਬਣਾਤਾ ਜੋ ਆਪਣੀ ਕੰਪਲੇਂਟ ਕਰ ਰਿਹਾ। ਇਸ ਤੋਂ ਇਲਾਵਾ ਵਿਜੀਲੈਂਸ ਦੀ ਗੱਲ ਵੀ ਕਰੀਏ, ਕਿਉਂਕਿ ਵਿਜੀਲੈਂਸ ਦੇ ਉੱਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਖਬਰ ਪੜ੍ਹੀ ਹੋਏਗੀ ਕਿ ਬਹੁਤ ਸਾਰੇ MP MLA ਦੇ ਕੇਸ ਹਜੇ ਤੱਕ ਪੈਂਡਿੰਗ ਹੈ ਕਿਉਂਕਿ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਨਹੀਂ ਮਿਲੀ। ਇਸ ਤਰ੍ਹਾਂ ਦਾ ਹੀ ਮਾਮਲਾ ਹੁਣ ਅਦਾਲਤ ਦੇ ਵਿੱਚ ਵੀ ਸਾਹਮਣੇ ਆਇਆ। ਜਸਟਿਸ ਵਿਨੋਦ S ਭਾਰਦਵਾਜ, ਉਹਨਾਂ ਦੀ ਅਦਾਲਤ ਦੇ ਵਿੱਚ ਸਰਬਜੀਤ ਸਿੰਘ ਵੇਰਕਾ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ। ਉਸ ਪਟੀਸ਼ਨ ਦੇ ਮਾਮਲੇ ਦੇ ਵਿੱਚ ਇੱਕ ਹਲਫਨਾਮਾ ਵਿਜੀਲੈਂਸ ਨੇ ਦਿੱਤਾ ਹੈ ਜਿਹਦੇ ਵਿੱਚ ਇਹ ਗੱਲ ਕਹੀ ਹੈ ਕਿ 46 ਅਕਿਊਜ਼ਡ ਹੈਗੇ ਨੇ 35 ਕੇਸਾਂ ਦੇ ਵਿੱਚ, ਜਿਨ੍ਹਾਂ ਦੀ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਮੰਗੀ ਗਈ ਹੈ ਔਰ ਉਹਨਾਂ ਦੀ ਹਜੇ ਤੱਕ ਕਿਸੇ ਵੀ ਤਰੀਕੇ ਦੀ 17A, ਕਿਉਂਕਿ 17A ਦਾ ਜ਼ਿਕਰ ਕੀਤਾ ਹੈ, 17A ਉਹਨਾਂ ਪੋਲੀਟੀਸ਼ੀਅਨ ਔਰ ਅਫਸਰਾਂ ਦੇ ਬਾਰੇ ਚ ਹੁੰਦਾ ਹੈ ਜਿਹਦੀ ਪਰਮਿਸ਼ਨ ਕਰਪਸ਼ਨ ਐਕਟ ਦੇ ਵਿੱਚ ਲੈਣੀ ਹੁੰਦੀ ਹੈ। ਉਸ ਤੋਂ ਬਾਅਦ ਹੀ ਇਹ ਪ੍ਰੋਸੀਕਿਊਸ਼ਨ ਸ਼ੁਰੂ ਹੁੰਦਾ ਹੈ। ਔਰ ਇਹ ਜਿਹੜੇ 35 ਲੋਕ 46 ਲੋਕ 35 ਕੇਸ, ਉਹਨਾਂ ਦੀ ਪ੍ਰੋਸੀਕਿਊਸ਼ਨ ਹਜੇ ਵੀ ਇਜਾਜ਼ਤ ਹੈ। ਪਿਛਲੇ ਦਿਨਾਂ ਦੇ ਵਿੱਚ
ਭਾਰਤ ਭੂਸ਼ਣ ਆਸ਼ੂ ਉਹਨਾਂ ਦਾ ਮਾਮਲਾ, ਖਾਸ ਕਰਕੇ ਢੋਆ ਢੁਆਈ ਦੇ ਕੇਸ ਦੇ ਵਿੱਚ ਕਿਸ ਤਰੀਕੇ ਨਾਲ ਅੱਗੇ ਵਧਿਆ ਸੀਗਾ, ਉਹਦੇ ਵਿੱਚ ਤਾਂ ਪ੍ਰੋਸੀਕਿਊਸ਼ਨ ਮਿਲ ਗਈ। ਔਰ ਦੂਜਾ ਕੇਸ ਜਿਹੜਾ ਸੀਗਾ ਨਰਿੰਦਰ ਧਾਲੀਵਾਲ, ਜਿਹੜੇ ਪੀਸੀਐਸ ਅਫਸਰ ਲੁਧਿਆਣੇ ਦੇ ਡੀਟੀਓ ਸੀ, ਉਹਨਾਂ ਨੂੰ ਵੀ ਜਦ ਉਹਨਾਂ ਦੇ ਖਿਲਾਫ ਕੇਸ ਕੀਤਾ, ਉਹਦੀ ਵੀ ਪ੍ਰੋਸੀਕਿਊਸ਼ਨ ਮਿਲ ਗਈ। ਆਰਟੀਏ ਸੀ ਭਾਸਕਰ ਸਾਹਿਬ, ਹਾਂਜੀ ਆਰਟੀਏ ਸੀਗੇ ਔਰ ਪੀਸੀਐਸ ਅਫਸਰ ਸੀਗੇ। ਲੇਕਿਨ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਦਿਨੇਸ਼ ਬਸੀ, ਜਿਹੜੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੀਗੇ, ਉਹਨਾਂ ਨੂੰ ਵੀ ਫੜਿਆ ਸੀਗਾ ਵਿਜੀਲੈਂਸ ਨੇ, ਪ੍ਰੋਸੀਕਿਊਸ਼ਨ ਹਜੇ ਤੱਕ ਨਹੀਂ ਮਿਲੀ। ਸੰਜੇ ਪੋਕਲੀ, ਜਿਨ੍ਹਾਂ ਦੇ ਘਰੋਂ ਸੋਨੇ ਦੀ ਇੱਟਾਂ ਮਿਲੀ ਸੀ, ਉਹਨਾਂ ਦੀ ਵੀ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਹਜੇ ਤੱਕ ਨਹੀਂ ਮਿਲੀ। ਉਸ ਤੋਂ ਇਲਾਵਾ ਜੀਕੇ ਸਿੰਘ, ਐਸਐਸ ਬਾਂਸ, ਵਿਸ਼ਾਲ ਚੌਹਾਨ, ਜਿਹੜੇ ਫੋਰੈਸਟ ਆਫੀਸਰ ਸੀ, ਉਹਨਾਂ ਦੀ ਵੀ ਹਜੇ ਤੱਕ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਨਹੀਂ ਮਿਲੀ। ਔਰ ਅਪਰੂਵਲ ਉਹਨਾਂ ਕੇਸਾਂ ਦੇ ਵਿੱਚ ਟੀਕੇ ਗੋਇਲ, ਜਿਹੜੇ ਪੀਸੀਐਸ ਆਫੀਸਰ ਸੀ, ਔਰ ਅਨੀਤਾ ਦਰਸ਼ੀ, ਉਹਨਾਂ ਦੀ ਵੀ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਹਜੇ ਤੱਕ ਵਿਜੀਲੈਂਸ ਵੇਟ ਕਰ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਜਦ ਵੀਕੇ ਜੰਜੂਆ ਉਹਨਾਂ ਚੀਫ ਸੈਕਟਰੀ ਸੀਗੇ, ਉਹਨਾਂ ਨੇ 2 ਤੋਂ ਵੱਧ ਵਾਰ ਚਿੱਠੀ ਲਿਖੀ ਸੀ ਸਾਰੇ ਡਿਪਾਰਟਮੈਂਟਸ ਨੂੰ ਕਿ ਐਦਾਂ ਦੀ ਕੋਈ ਵੀ ਸੈਂਕਸ਼ਨ ਹੈਗੀ ਹੈ 17A ਦੇ ਵਿੱਚ, ਉਹਨੂੰ ਛੇਤੀ ਤੋਂ ਛੇਤੀ ਦਿੱਤਾ ਜਾਏ। ਪਰ ਹਜੇ ਤੱਕ 46 ਲੋਕਾਂ ਦੀ ਇਹ ਪ੍ਰੋਸੀਕਿਊਸ਼ਨ ਨਹੀਂ ਆਣੀ। ਆਪਣੇ ਆਪ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈਗੀ ਹੈ। ਹੁਣ ਇਸ ਕੇਸ ਦੇ ਵਿੱਚ ਹਲਫਨਾਮਾ ਦਾਇਰ ਕਰਨ ਤੋਂ ਬਾਅਦ ਕੀ ਸਰਕਾਰ ਦੇ ਵਿੱਚ ਕੋਈ ਤੇਜ਼ੀ ਆਏਗੀ? ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਦਾ ਨਾਰਾ ਦੇਣ ਵਾਲੀ ਸਰਕਾਰ ਇਸ ਮਾਮਲੇ ਦੇ ਵਿੱਚ ਚੁੱਪ ਕਿਉਂ ਹੈ? ਕਿਉਂਕਿ ਲੱਗਦਾ ਤੇ ਆਇਆ ਸੀਗਾ ਕਿ ਭਗਵੰਤ ਮਾਨ ਉਹਨਾਂ ਦੀ ਉਸ ਗੱਲ ਤੋਂ ਬਾਅਦ ਕਿ ਕਰਪਸ਼ਨ ਦੇ ਖਿਲਾਫ ਅਸੀਂ ਲੜਾਈ ਛੇੜੀ ਹੈ, ਤੇ ਕੋਈ ਸਿੰਗਲ ਵਿੰਡੋ ਸਿਸਟਮ ਇਹਦੇ ਵਾਸਤੇ ਕਿਉਂ ਨਹੀਂ ਸ਼ੁਰੂ ਕਰਦੇ ਵੀ ਖਿੜਕੀ 'ਚ ਹੱਥ ਪਾਓ ਤੇ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਲੈ ਲਓ। ਐਦਾਂ ਦੀ ਗੱਲਾਂ ਸੈਂਟਰ ਦੇ ਵਿੱਚ ਵੀ ਆਈਆਂ। ਹੁਣ ਵੀਕੇ ਜੰਜੂਆ, ਉਹਨਾਂ ਨੂੰ ਵੀ ਕਰਪਸ਼ਨ ਦੇ ਕੇਸ ਦੇ ਵਿੱਚ ਰੰਗੇ ਹੱਥੋਂ ਫੜਿਆ ਗਿਆ ਸੀ, ਉਹਨਾਂ ਨੂੰ ਵੀ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਨਹੀਂ ਮਿਲੀ ਸੀ। ਉਹ ਕੇਸ ਕਿੰਨੇ ਸਾਲਾਂ ਤੱਕ ਚੱਲਦਾ ਰਿਹਾ ਔਰ ਬਾਅਦ ਚੋਂ ਸ਼ਿਕਾਇਤਕਰਤਾ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ। ਉਸ ਤੋਂ ਬਾਅਦ ਵੀਕੇ ਜੰਜੂਆ ਉਹਨਾਂ ਦੀ ਮਾੜੀ ਮੋਟੀ ਦੀ ਜਾਨ ਛੁੱਟੀ। ਹੁਣ ਐਦਾਂ ਦੇ ਹਾਲਾਤ ਦੇ ਵਿੱਚ ਜੇ ਅਫਸਰਾਂ ਦੀ, ਪੋਲੀਟੀਸ਼ੀਅਨਾਂ ਦੀ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਹੀ ਸਰਕਾਰ ਤੋਂ ਨਹੀਂ ਮਿਲੇਗੀ, ਤੇ ਫਿਰ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਦੇ ਵਾਅਦੇ ਦਾ ਬਣੂਗਾ ਕੀ? ਜੀ, ਇਹ ਲਗਭਗ ਦਰਜਨ ਵਾਂਗ ਚਿੱਠੀਆਂ ਲਿਖੀਆਂ ਚੀਫ ਸੈਕਟਰੀ ਪੰਜਾਬ ਵੱਲੋਂ ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਕਿ ਭਾਈ ਇਸ ਤਰ੍ਹਾਂ ਦੀ ਜਦੋਂ ਵੀ ਕੋਈ ਵਿਜੀਲੈਂਸ ਵੱਲੋਂ ਤੁਹਾਡੇ ਕੋਲ ਮੰਗ ਆਉਂਦੀ ਹੈ ਤੇ ਉਹਨੂੰ ਤੁਰੰਤ ਨਿਬੇੜੋ। ਪਰ ਕਿਉਂ ਨਹੀਂ ਨਿਬੇੜਦੇ, ਇਹ ਤਾਂ ਦੇਖਣ ਵਾਲੀ ਗੱਲ ਆ। ਦੂਜੀ ਗੱਲ ਕਿ ਜਿਨ੍ਹਾਂ ਨੇ ਨਹੀਂ, ਮੰਨ ਲਓ ਤੁਸੀਂ ਪੱਤਰ ਲਿਖ ਰਹੇ ਹੋ, ਰਿਮਾਈਂਡਰ ਦੇ ਰਹੇ ਹੋ, ਮੀਟਿੰਗਾਂ ਕਰ ਰਹੇ ਹੋ, ਲਗਭਗ ਅੱਧੀ ਦਰਜਨ ਮੀਟਿੰਗਾਂ ਕੀਤੀਆਂ ਚੀਫ ਸੈਕਟਰੀ ਨੇ ਪਿਛਲੇ ਲਗਭਗ 1.5 ਸਾਲ ਦੇ ਵਿੱਚ। ਔਰ ਉਹਨਾਂ 1.5 ਸਾਲ ਦੇ ਵਿੱਚ ਜੇ ਕਿਸੇ ਅਧਿਕਾਰੀ ਨੇ, ਪ੍ਰਮੁੱਖ ਸਕੱਤਰ ਨੇ ਜਾਂ ਕਿਸੇ ਐਡੀਸ਼ਨਲ ਚੀਫ ਸੈਕਟਰੀ ਪੱਧਰ ਦੇ ਅਧਿਕਾਰੀ ਨੇ ਸੰਬੰਧਿਤ ਸੈਂਕਸ਼ਨ ਇਨ ਟਾਈਮ ਨਹੀਂ ਦਿੱਤੀ ਤੇ ਉਹਦੇ ਖਿਲਾਫ ਤੁਸੀਂ ਕਾਰਵਾਈ ਕੀ ਕੀਤੀ? ਸਰਕਾਰ ਇਹਦੇ ਤੇ ਤੱਥ ਉਜਾਗਰ ਕਰੂਗੀ? ਨਹੀਂ ਕਰੂਗੀ, ਕਿਉਂਕਿ ਇਹ ਸਾਰੇ ਉਹਨਾਂ ਦੇ ਅੱਖਾਂ ਦੇ ਤਾਰੇ ਨੇ ਔਰ ਨਾਰਾਜ਼ ਹੋ ਜਾਂਦੇ ਆ, ਸਰਕਾਰਾਂ ਦੇ ਕੰਮ ਰੁਕ ਜਾਂਦੇ ਆ। ਸੋ ਵਿਜੀਲੈਂਸ ਆਪਣੀ ਜਗ੍ਹਾ ਤੇ ਖੜੀ ਰਹਿੰਦੀ ਹੈ ਔਰ ਵਿਜੀਲੈਂਸ ਦੇ ਉੱਤੇ ਵੀ ਇਲਜ਼ਾਮ ਆਉਂਦਾ। ਇਹ ਕਦੇ ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿ ਜਦੋਂ ਬਿਊਰੋਕ੍ਰੇਸੀ ਦੀ ਗੱਲ ਆਉਂਦੀ ਹੈ ਤੁਸੀਂ ਠੰਡੇ ਪੈ ਜਾਂਦੇ ਹੋ। ਕੀ ਤੁਹਾਨੂੰ ਠੰਡੇ ਰਹਿਣ ਲਈ ਕਿਹਾ ਜਾਂਦਾ? ਤੁਹਾਨੂੰ ਰੋਕਿਆ ਜਾਂਦਾ ਕੰਮ ਕਰਨ ਤੋਂ? ਮੈਂ ਇੰਦਰਪ੍ਰੀਤ ਜੀ ਖਬਰ ਜਿਹੜੀ ਅਗਲੀ ਲੈ ਕੇ ਜਾਣੀ ਆ ਉਹ ਵੀ ਇਸ ਤਰ੍ਹਾਂ ਦੀਆਂ ਬੇਨਿਯਮੀਆਂ ਨਾਲ ਜੁੜੀ ਹੋਈ ਆ ਕਿ ਸਰਕਾਰ ਹੈ ਨਾ, ਸਰਕਾਰ ਤਾਂ ਸਭ ਦੀ ਹੁੰਦੀ ਹੈ ਤੇ ਉਹਨੂੰ ਸਭ ਦੀ ਸਰਕਾਰ ਦੇ ਉੱਤੇ ਕਿਸੇ ਦਾ ਹੱਕ ਤੇ ਹੁੰਦਾ ਨਹੀਂ, ਤੇ ਸਭ ਦਾ ਹੀ ਹੱਕ ਹੁੰਦਾ। ਤੁਸੀਂ ਜੋ ਚਾਹੋ ਉਹਦੇ ਚੋਂ ਹੱਥ ਪਾ ਕੇ ਕੱਢ ਲਓ, ਜਿਵੇਂ ਭਾਸਕਰ ਸਾਹਿਬ ਕਹਿੰਦੇ ਵੀ ਵਿੰਡੋ 'ਚ ਹੱਥ ਪਾ ਲਓ। ਜਦੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਕਹਿ ਰਿਹਾ ਕਿ ਮੈਂ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਨਾਲ ਗੱਲ ਕਰ ਰਿਹਾ ਕਿ ਤੁਸੀਂ ਦੇਸ਼ ਦੇ ਵਿੱਚ ਫਜ਼ੂਲ ਖਰਚੀਆਂ, ਬੇਨਿਯਮੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ, ਇਹ ਵਾਧੂ ਖਰਚੇ ਕਿ ਲਗਜ਼ਰੀ ਰਹਿਣਾ ਜਾ ਕੇ ਲਗਜ਼ਰੀ ਬਿਜ਼ਨਸ ਕਲਾਸ ਜਿਹੜਾ ਇਹ ਚੱਲਣ ਬੰਦ ਕੀਤਾ ਜਾਵੇ। 3000 ਦਾ ਸਫ਼ਰ ਜੇ ਹੋ ਸਕਦਾ ਇਕਨੋਮੀ 'ਚ 35000 ਕਾਹਤੋਂ ਖਰਚਣਾ? ਇਹ ਮਾਮਲੇ ਤਾਂ ਪੁਰਾਣੇ ਵੀ ਨੇ। ਤੁਸੀਂ ਗੱਲ ਕਰਦੇ ਹੀ ਰਹੇ ਹੋ ਕਿ 85 ਰੁਪਏ ਲੱਭਣ ਲਈ 85000 ਖਰਚ ਲਓ। ਸਵਾਲ ਇਸ ਗੱਲ ਦਾ ਹੈ ਕਿ ਕੀ 1.5 ਸਾਲ ਦੇ ਵਿੱਚ ਵਿਧਾਨ ਸਭਾਵਾਂ ਦੀਆਂ ਕਮੇਟੀਆਂ ਨੇ ਵੀ ਹੁਣ ਪੰਜਾਬ ਦੇ ਵਿੱਚ ਹੀ ਮੀਟਿੰਗਾਂ ਰੱਖੀਆਂ ਹੋਈਆਂ ਨੇ? ਵਿਧਾਨ ਸਭਾ 'ਚ, ਪੰਜਾਬ ਭਵਨ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਜਾਂ ਜਿਸ ਖਿੱਤੇ ਨਾਲ ਸੰਬੰਧਿਤ ਪੰਜਾਬ ਦੇ ਕਿਸੇ ਜ਼ਿਲ੍ਹੇ 'ਚ ਮਾਮਲਾ ਹੋਵੇ, ਕੀ ਉਹ ਇੱਥੇ ਹੀ ਕਰਦੀਆਂ ਜਾਂ ਉਹ ਵੀ ਕਿਤੇ ਊਟੀ, ਸ਼ਿਮਲੇ, ਦਿੱਲੀ, ਬੰਗਲੌਰ, ਬੰਬੇ ਉਹ ਵੀ ਜਾਂਦੇ ਨੇ? ਇਹ ਮੈਨੂੰ ਜ਼ਰੂਰ ਸਮਝਾਓ। ਵੈਸੇ ਗਵਰਨਰ ਸਾਹਿਬ ਕਹਿਣਾ ਕੀ ਚਾਹ ਰਹੇ ਨੇ? ਉਹ ਸਾਰੇ ਦੇਸ਼ ਦੇ ਵਿੱਚ ਇੱਕ ਰੋਲ ਮਾਡਲ ਜਿਹਾ ਬਣਨਾ ਚਾਹੁੰਦੇ ਆ ਔਰ ਇੱਕ ਪੈਮਾਨਾ ਸੈੱਟ ਕਰਨਾ ਚਾਹੁੰਦੇ। ਕੋਈ ਮੰਨ ਜੂ ਉਹਨਾਂ ਦੀ? ਜੀ ਕੀ ਕਹਿੰਦੇ? ਦੇਖੋ ਰੰਧਾਵਾ ਸਾਹਿਬ, ਗਵਰਨਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈਗੀ ਹੈ, ਉਹਨਾਂ ਨੇ ਆਪਣੇ ਆਪ ਨੂੰ ਐਗਜ਼ਾਮਪਲ ਦਿਖਾ ਕੇ ਕੀਤੀ ਹੈ। ਉਹ ਕਹਿੰਦੇ ਵੀ ਮੈਂ ਅੱਜ ਤੱਕ 6 ਸਾਲ ਹੋ ਗਏ ਮੈਨੂੰ ਗਵਰਨਰਸ਼ਿਪ ਕਰਦੇ ਹੋਏ ਔਰ ਮੈਂ ਕਦੇ ਵੀ ਕਿਸੇ ਉਸ 'ਚ ਨਹੀਂ ਗਿਆ। ਉਹਨਾਂ ਨੇ ਉਦਾਹਰਣ ਵੀ ਦਿੱਤੀ ਕਿ ਇੱਕ ਵਾਰ ਜਦੋਂ ਅਸਾਮ ਦੇ ਸੀਗੇ ਤਾਂ ਉਹਨਾਂ ਨੂੰ ਕਿਹਾ ਕਿ ਬਿਜ਼ਨਸ ਕਲਾਸ ਦੀ ਟਿਕਟ ਹੈਗੀ ਹੈ, ਦੂਜੀ ਹੈ ਨਹੀਂ। ਉਹਨਾਂ ਨੇ ਕਿਹਾ ਕਿ ਕਿੰਨਾ ਕੁ ਫਰਕ ਹੈ?
ਉਹ ਕਹਿੰਦੇ ਜੀ ਉਹ 3000 ਦੀ ਹੈ ਤੇ ਦੂਜੀ 35000 ਦੀ ਹੈ। ਉਹ ਕਹਿੰਦੇ ਛੱਡੋ ਫਿਰ ਆਪਾਂ ਫਿਰ ਚਲੇ ਜਾਵਾਂਗੇ, ਉਹਦੇ ਚ ਕਾਹਦੇ ਲਈ ਜਾਣਾ। ਸੋ ਉਹਨਾਂ ਨੇ ਐਗਜ਼ਾਮਪਲ ਦਿੱਤੀ ਆਪਣੀ, ਉਹਨਾਂ ਨੇ ਕਿਹਾ ਵੀ ਜੇ ਇੱਕ ਗਵਰਨਰ ਇਸ ਤਰ੍ਹਾਂ ਕਰ ਸਕਦਾ ਹੈ ਤਾਂ ਬਾਕੀ ਕਿਉਂ ਨਹੀਂ ਕਰ ਸਕਦੇ, ਬਾਕੀ ਵੀ ਕਰ ਸਕਦੇ। ਸੋ ਇੱਥੇ ਵੀ ਗੱਲ ਜਿਹੜੀ ਆਪਾਂ ਇਹ ਕੱਲ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਸੇ ਖਬਰ ਦੇ ਆਧਾਰ ਤੇ ਕੀਤੀ ਸੀ, ਜਿਹੜੀ ਸਾਡੇ ਜਾਗਰਣ ਚ ਵੀ ਐਕਸਪ੍ਰੈਸ ਚ ਵੀ ਇਹ ਸਾਰੇ ਛਪੀਆਂ, ਕਿ ਵੀ 85 ਲੱਖ ਰੁਪਏ ਖਰਚੇ ਨੇ ਦਿੱਲੀ ਆਣ ਜਾਣ ਦੇ, ਦਿੱਲੀ ਤੋਂ ਇੱਥੇ ਤੋਂ ਦਿੱਲੀ ਰਹਿਣ ਦੇ, ਹੋਟਲ ਇਹ ਉਹ ਸਾਰੇ 5 ਸਟਾਰ ਹੋਟਲ ਚ ਠਹਿਰੋ, ਸਭ ਕੁਝ ਕਰੋ। ਸੋ ਉਹਨਾਂ ਨੇ ਕਿਹਾ ਵੀ ਜਦੋਂ ਤੁਹਾਡੇ ਕੋਲ ਉੱਥੇ, ਕਿਉਂਕਿ ਯੂਟੀ ਜਿਹੜਾ ਹੈਗਾ ਉਹਦੇ ਯੂਟੀ ਚੰਡੀਗੜ੍ਹ ਉਹਦੇ ਜਿਹੜੇ ਅਫਸਰ ਨੇ ਉਹ ਪੰਜਾਬ ਦੇ ਨੇ ਜਾਂ ਹਰਿਆਣੇ ਦੇ ਨੇ ਜਾਂ ਯੂਟੀ ਦੇ ਨੇ, ਤਾਂ ਯਾਰ ਤਿੰਨਾਂ ਸਟੇਟਾਂ ਦੇ ਕੋਲੇ ਉੱਥੇ ਆਪਣੇ ਆਪਣੇ ਪੰਜਾਬ ਭਵਨ ਬਣੇ ਨੇ, ਕੋਈ ਹਰਿਆਣਾ ਭਵਨ ਬਣਿਆ, ਨਾਭਾ ਹਾਊਸ, ਕਪੂਰਥਲਾ ਹਾਊਸ, ਕਿੰਨਾ ਕੁਝ ਉੱਥੇ ਹੈਗਾ। ਤਾਂ ਤੁਸੀਂ ਉਦਾਂ ਦੀ ਚੀਜ਼ਾਂ ਥਾਵਾਂ ਤੇ ਕਿਉਂ ਨਹੀਂ ਰਹਿੰਦੇ? ਜੇ ਇਹ ਜਿਹੇ ਬੰਦੇ ਉੱਥੇ ਰਹਿਣ ਤਾਂ ਮੈਨੂੰ ਲੱਗਦਾ ਕਿ ਇੱਕ ਐਗਜ਼ਾਮਪਲ ਵੀ ਸੈੱਟ ਹੋ ਜੇ ਉਹ ਦੂਜਿਆਂ ਲਈ ਵੀ, ਯਾਨੀ ਕਿ ਮੇਰੇ ਤੁਹਾਡੇ ਵਰਗੇ ਜਿਹੜੇ ਬੰਦੇ ਜਾਂਦੇ ਹੈ ਉਹਨਾਂ ਨੂੰ ਵੀ ਉਨੀ ਹੀ ਸਾਫ਼ ਸਫਾਈ ਦੇਖਣ ਨੂੰ ਮਿਲ ਜਾਏਗੀ। ਕਿਉਂਕਿ ਜੇ ਉੱਥੇ ਤਾਂ ਬਈ ਚੀਫ ਸੈਕਟਰੀ ਵੀ ਰਹਿ ਰਿਹਾ ਤੇ ਉੱਥੇ ਹੀ ਅਸੀਂ ਵੀ ਰਹਿ ਰਹੇ ਹਾਂ, ਤਾਂ ਫਿਰ ਸਭ ਕੁਝ ਅੱਛਾ ਮਿਲੇਗਾ। ਲੇਕਿਨ ਜਦੋਂ ਜੇ ਲੋਕ ਕੱਟ ਜਾਣਗੇ ਉੱਥੋਂ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਹਾਲ ਵੀ ਬਹੁਤ ਬੁਰਾ ਹੋ ਜਾਏਗਾ। ਤੁਸੀਂ ਕਦੇ ਰਾਜਸਥਾਨ ਦੇ ਸਰਕਟ ਹਾਊਸਿਸ ਦੇਖੋ, ਉਹਨਾਂ ਦੀ ਸਾਰੀ ਅਫਸਰਸ਼ਾਹੀ ਜਿਹੜੀ ਹੈਗੀ ਹੈ ਉਹ ਸਰਕਟ ਹਾਊਸਾਂ 'ਚ ਠਹਿਰਦੀ ਹੈ। ਉੱਥੇ ਹੈ ਹੀ ਨਹੀਂ ਕਿ ਤੁਸੀਂ ਦੂਰ ਕਿਤੇ ਠਹਿਰ ਸਕਦੇ ਹੋ। ਤਾਂ ਤੁਸੀਂ ਉਹਨਾਂ ਦੇ ਸਰਕਟ ਹਾਊਸ ਦੇਖੋ, A1 ਸਰਕਟ ਹਾਊਸ ਨੇ। ਸਾਡੇ ਤਾਂ ਸਰਕਟ ਹਾਊਸ ਵੀ ਬਰਬਾਦ ਹੁੰਦੇ ਜਾ ਰਹੇ ਹੈ। ਅਸੀਂ ਤਾਂ ਸਰਕਟ ਹਾਊਸਾਂ ਦੇ ਨਾਂ ਤੇ ਬਿਲਕੁਲ ਮੁਰਗੀ ਖਾਨੇ ਬਣਾ ਕੇ ਰੱਖਤੇ। ਮਤਲਬ ਇਹ ਕਿਉਂ ਕਿ ਸਾਡਾ ਧਿਆਨ ਹੀ ਨਹੀਂ। ਜੇ ਸਾਡਾ ਚੀਫ ਮਿਨਿਸਟਰ ਆ ਰਿਹਾ ਤਾਂ ਉਹ ਰੈਡੀਸਨ ਵਰਗੇ ਹੋਟਲਾਂ 'ਚ ਠਹਿਰੇ ਜਾਂ ਹੋਰ ਵੱਡੇ ਹੋਟਲਾਂ 'ਚ ਠਹਿਰ ਰਹੇ ਨੇ। ਤਾਂ ਜਦੋਂ ਆਪਾਂ ਖੁਦ ਹੀ ਕੱਟ ਜਾਂਦੇ ਆ ਨਾ, ਤਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਇੰਸਟੀਟਿਊਸ਼ਨ ਬਣਾਏ ਨੇ, ਕਰੋੜਾਂ ਰੁਪਈਆ ਲੱਗਿਆ ਲੋਕਾਂ ਦਾ ਉੱਥੇ, ਤਾਂ ਉਹ ਸਾਰੇ ਹੀ ਬਰਬਾਦ ਹੋ ਜਾਂਦੇ। ਇੱਕ ਤਾਂ ਉਹ ਬਰਬਾਦ ਹੋ ਰਿਹਾ, ਇੱਕ ਇਹਨਾਂ ਦੀਆਂ ਜਿਹੜੀ ਹੈਗੀਆਂ ਨੇ ਵੱਡੇ ਵੱਡੇ ਹੋਟਲਸ, ਬਿਜ਼ਨਸ ਕਲਾਸ ਸਫਰ, ਉਹਨਾਂ ਦਾ ਵੀ ਖਰਚਾ ਜਿਹੜਾ ਉਹ ਆਮ ਲੋਕਾਂ ਤੇ ਪੈ ਰਿਹਾ। ਸੋ ਇਹ ਪਬਲਿਕ ਮਨੀ ਹੈ। ਗਵਰਨਰ ਸਾਹਿਬ ਦੀ ਇੱਕ ਗੱਲ ਬਹੁਤ ਅੱਛੀ ਮੈਨੂੰ ਲੱਗੀ, ਮੈਂ ਪੜ੍ਹੀ ਉਹਦੇ 'ਚ, ਉਹਨਾਂ ਨੇ ਕਿਹਾ ਕਿ ਇਹ ਪਬਲਿਕ ਮਨੀ ਹੈ, ਪਬਲਿਕ ਵਾਸਤੇ ਹੈ, ਨਾ ਕਿ ਤੁਹਾਡੇ ਵਾਸਤੇ, ਪਬਲਿਕ ਵਾਸਤੇ ਹੈ। ਸੋ ਇਹ ਗੱਲ ਦਾ ਖਿਆਲ ਮੈਨੂੰ ਲੱਗਦਾ ਕਿ ਅਫਸਰਸ਼ਾਹੀ ਨੂੰ ਜਾਂ ਈਵਨ ਮਿਨਿਸਟਰਸ ਨੂੰ, ਮੁੱਖ ਮੰਤਰੀਆਂ ਨੂੰ, ਇਹ ਸਭ ਨੂੰ ਹੀ ਰੱਖਣਾ ਚਾਹੀਦਾ। ਇਹ ਕੋਈ ਕਿਸੇ ਇੱਕ ਵਾਸਤੇ ਨਹੀਂ। ਉਹਨਾਂ ਨੇ ਕਿਹਾ ਵੀ ਸਾਰਿਆਂ ਵਾਸਤੇ। ਜੇ ਪੋਸੀਬਲ ਹੋ ਸਕਿਆ ਤਾਂ ਮੈਂ ਇਸ ਗੱਲ ਦੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਮਿਲ ਕੇ ਗੱਲ ਕਰੂੰਗਾ ਕਿ ਉਹ ਇੱਕ ਆਦੇਸ਼ ਹੀ ਜਾਰੀ ਕਰਨ ਕਿ ਇਹ ਸਾਰੇ ਜਿੰਨੇ ਵੀ ਆਪਣੇ ਪੂਰੇ ਕੰਟਰੀ ਦੇ ਵਿੱਚ ਅਫਸਰ ਨੇ ਜਾਂ ਦੂਸਰੇ ਲੋਕ ਨੇ, ਮੰਤਰੀ ਨੇ, ਉਹ ਸਾਰੇ ਆਪਣੇ ਸਰਕਟ ਹਾਊਸਿਸ ਦਾ ਜਾਂ ਪੰਜਾਬ ਭਵਨ ਵਗੈਰਾ ਜੋ ਵੀ ਕਿਸੇ ਸਟੇਟ ਦੇ ਭਵਨ ਨੇ ਉਹਨਾਂ ਦਾ ਇਸਤੇਮਾਲ ਕਰਨ। ਤੇ ਚੰਡੀਗੜ੍ਹ ਤੋਂ ਤਾਂ ਰੰਧਾਵਾ ਸਾਹਿਬ, ਮੈਂ ਹੈਰਾਨ ਹਾਂ ਵੀ ਚੰਡੀਗੜ੍ਹ ਤੋਂ ਜਿਹੜੇ ਲੋਕ ਜਹਾਜ਼ ਤੇ ਜਾਂਦੇ, ਬੜਾ ਹੈਰਾਨੀ ਹੁੰਦੀ ਹੈ। ਚੰਡੀਗੜ੍ਹ ਤੋਂ ਇੰਨਾ ਸੌਖੀਆਂ 3-3 ਸ਼ਤਾਬਦੀਆਂ ਵੰਦੇ ਭਾਰਤ ਵਰਗੀਆਂ ਲਗਜ਼ਰੀ ਟ੍ਰੇਨਾਂ ਆਲਰੇਡੀ ਇੱਥੇ ਹੈਗੀਆਂ, ਯਾਨੀ ਕਿ ਤੁਸੀਂ 1000 ਰੁਪਏ 'ਚ ਵੀ ਪਹੁੰਚ ਸਕਦੇ ਹੋ। ਤੁਸੀਂ 3000 ਦੀ ਗੱਲ ਕੀਤੀ ਹੈ, ਮੈਂ ਤਾਂ ਕਹਿੰਦਾ 1000 ਰੁਪਏ 'ਚ ਵੀ ਤੁਸੀਂ ਪਹੁੰਚ ਸਕਦੇ ਹੋ ਉੱਥੇ। ਫਿਰ ਵੀ ਅਸੀਂ ਉਸ ਚੀਜ਼ ਦਾ ਯੂਜ਼ ਹੀ ਨਹੀਂ ਕਰ ਰਹੇ। ਜਿੱਥੇ ਇਹ ਗੱਲ ਤਾਂ ਸੰਭਵ ਹੈ ਵੀ ਯਾਰ ਜਿੱਥੇ ਮਤਲਬ ਹੈ ਹੀ ਨਹੀਂ ਕਿਤੇ ਕੋਈ, ਜਿਵੇਂ ਕਿਸੇ ਨੇ ਮੰਨ ਲਓ ਇੱਥੇ ਜਾਣਾ ਹੈ, ਅੰਡਮਾਨ ਨਿਕੋਬਾਰ ਜਾਣਾ ਹੈ, ਸੋ ਉੱਥੇ ਤਾਂ ਤੁਹਾਡੇ ਕੋਲੇ ਕੋਈ ਸਾਧਨ ਹੀ ਨਹੀਂ, ਕੋਈ ਟ੍ਰੇਨ ਦਾ ਜਾਂ ਕੁਝ ਹੋਰ ਦਾ, ਇੱਕ ਜਹਾਜ਼ ਹੀ ਸਾਧਨ ਹੈ। ਉੱਥੇ ਤਾਂ ਤੁਸੀਂ ਵਰਤੋ, ਇਹ ਸਮਝ ਆਉਂਦੀ ਹੈ। ਲੇਕਿਨ ਜਿੱਥੇ ਇੰਨੇ ਸਾਧਨ ਨੇ ਉੱਥੇ ਵਰਤੋ, ਇਹ ਸਮਝ ਨਹੀਂ ਆਉਂਦੀ। ਹਾਂ, ਤੁਸੀਂ ਜਿਹੜੇ ਅੰਡੇਮਾਨ ਨਿਕੋਬਾਰ ਜਾਣਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਕਾਲੇ ਪਾਣੀ ਭੇਜ ਦਿਓ। ਚਲੋ ਖੈਰ ਛੱਡੋ ਆਪਾਂ। ਵੈਸੇ ਮੈਂ ਤੁਹਾਡੇ ਤੋਂ ਉਹ ਜਿਹੜੀ ਗੱਲ ਤੁਸੀਂ ਕੀਤੀ ਨਾ, ਸਿਆਣੇ ਤੁਸੀਂ ਬੜੇ ਹੋ, ਤੁਸੀਂ ਅਲੀਟ ਕਲਾਸ ਨੂੰ ਤੇ ਕਾਮਨਰ ਨੂੰ ਇੱਕੋ ਮੰਜੇ ਤੇ ਬਿਠਾਉਣਾ ਚਾਹੁੰਦੇ ਹੋ। ਇੱਥੇ ਜ਼ਰੂਰ ਕਹਿਣਾ ਚਾਹੂੰਗਾ ਕਿ ਇਹ ਸੰਭਵ ਸ਼ਾਇਦ ਨਹੀਂ। ਨਾ ਪ੍ਰਧਾਨ ਮੰਤਰੀ ਨਾ ਗ੍ਰਹਿ ਮੰਤਰੀ ਇਸ ਤਰ੍ਹਾਂ ਦੇ ਹੁਕਮ ਜਾਰੀ ਨਹੀਂ ਕਰਨਗੇ, ਕਿਉਂਕਿ ਫਿਰ ਇਹ ਮਾਡਲ ਕੋਡ ਆਫ ਕੰਡਕਟ ਵਰਗਾ ਮਾਮਲਾ ਸਾਰਿਆਂ ਤੇ ਲਾਗੂ ਹੋ ਜਾਂਦਾ। ਪੋਲੀਟੀਸ਼ੀਅਨਸ ਨੂੰ ਇਹਨਾਂ ਨੇ ਜਿਹੜੇ ਸਪੈਸ਼ਲ ਜਹਾਜ਼ ਪਤਾ ਨਹੀਂ ਕਿੰਨੇ 100 ਕਰੋੜ ਦੇ ਬਣੇ ਆ ਜੀ, ਗੱਲ ਉੱਥੇ ਵੀ ਆਉਂਦੀ। ਭਾਸਕਰ ਸਾਹਿਬ ਇਹਦੇ ਉੱਤੇ ਛੋਟੀ ਜਿਹੀ ਟਿੱਪਣੀ, ਪਰ ਨਾਲ ਦੀ ਨਾਲ ਇੱਕ ਬਹੁਤ ਸੰਖੇਪ ਦੀਆਂ 2 ਖਬਰਾਂ। ਆਂਗਣਵਾੜੀ ਵਰਕਰਸ ਨੂੰ ਸੰਬੰਧਿਤ ਮੰਤਰੀ ਵੱਲੋਂ ਸਾਫ਼ ਆਦੇਸ਼ ਜਾਰੀ ਕਰਤੇ ਗਏ ਆ ਕਿ ਜਾਂ ਸਿਆਸਤ ਕਰ ਲਓ ਜਾਂ ਨੌਕਰੀ ਕਰ ਲਓ। ਮੈਨੂੰ ਲੱਗਦਾ ਹੈ ਕਿ ਇਹ ਬਣਦਾ ਵੀ ਆ, ਕੋਈ ਨਾ ਕੋਈ ਡਿਸਪਲਿਨ ਤਾਂ ਰਹਿਣਾ ਚਾਹੀਦਾ ਨਾ ਜੀ। ਜਿਹੜੇ ਗਵਰਨਮੈਂਟ ਦੇ EMPLOYE ਨੇ, ਜੇ ਸਿੱਧੇ ਜਾਂ ਸਿੱਧੇ ਨੇ, ਕੀ ਕਹਿੰਦੇ ਜੀ? ਬਿਲਕੁਲ, ਖਾਸ ਕਰਕੇ ਗਵਰਨਰ ਸਾਹਿਬ ਦਾ ਐਤਰਾਜ਼ ਕਿ ਲਗਜ਼ਰੀ ਗੱਡੀਆਂ ਦੇ ਵਿੱਚ, ਲਗਜ਼ਰੀ ਬਿਜ਼ਨਸ ਕਲਾਸ ਦੇ ਵਿੱਚ ਯਾਤਰਾ ਕਰਨ ਵਾਸਤੇ ਜਿਸ ਤਰੀਕੇ ਨਾਲ ਉਹਨਾਂ ਨੇ ਚੰਡੀਗੜ੍ਹ ਦੇ ਅਫਸਰਾਂ ਨੂੰ ਬੈਨ ਲਾਤਾ ਹੈ, ਤਾਂ ਉਹਦੇ ਵਿੱਚ ਉਹਨਾਂ ਦਾ ਦਰਦ ਵੀ ਛਲਕਦਾ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ, ਭਗਵੰਤ ਮਾਨ, ਉਹਨਾਂ ਜਿਹੜੇ ਸਾਡੇ ਮੁੱਖ ਮੰਤਰੀ ਨੇ, ਉਹਨਾਂ ਦੇ ਨਾਲ ਬਹਿਸ ਤੋਂ ਬਾਅਦ ਗਵਰਨਰ ਸਾਹਿਬ ਨੇ ਆਪੇ ਇੱਕ ਐਲਾਨ ਕਰਤਾ ਸੀਗਾ ਵੀ ਜਾ ਅੱਜ ਤੋਂ ਬਾਅਦ ਪੰਜਾਬ ਦਾ ਹੈਲੀਕਾਪਟਰ ਮੈਂ ਯੂਜ਼ ਨਹੀਂ ਕਰਨਾ। ਔਰ ਉਸ ਤੋਂ ਬਾਅਦ ਜਦ ਇਹ ਰਿਪੋਰਟ ਛਪੀ ਸੀ, ਰਿਪੋਰਟ ਛਪਣ ਤੋਂ ਬਾਅਦ ਧਰਮਪਾਲ ਤੇ ਨਿਤਿਨ ਯਾਦਵ ਜਿਹੜੇ ਚੰਡੀਗੜ੍ਹ ਦੇ ਵੱਡੇ ਅਫਸਰਾਂ ਦੇ ਵਿੱਚ ਜਿਨ੍ਹਾਂ ਦਾ ਨਾਂ ਹੈ,
ਕਿਸ ਤਰੀਕੇ ਨਾਲ ਉਹਨਾਂ ਨੇ ਪੈਸੇ ਖਰਚੇ ਸੀਗੇ ਇਸ ਤਰੀਕੇ ਦੇ ਟਰੈਵਲ ਦੇ ਬਾਅਦ, ਇਹ ਬੈਨ ਇੱਕ ਵੈਲਕਮ ਸਟੈਪ ਹੈ। ਪਰ ਦੂਜੇ ਪਾਸੇ ਸ਼ਸ਼ੀ ਥਰੂਰ ਜਿਹੜੇ ਮੰਤਰੀ ਵੀ ਹੁੰਦੇ ਸੀ ਔਰ ਕਾਂਗਰਸ ਦੇ ਵੱਡੇ ਲੀਡਰ ਰਹੇ, ਕੈਟਲ ਕਲਾਸ ਕਹਿਤਾ ਸੀਗਾ। ਔਰ ਮੈਨੂੰ ਲੱਗਦਾ ਅੱਜ ਤੱਕ ਹੁਣ ਅਫਸਰਾਂ ਨੂੰ ਕਿਹਾ ਜਾਏਗਾ ਵੀ ਤੁਸੀਂ ਹੁਣ ਕੈਟਲ ਕਲਾਸ ਵਿੱਚ ਜਾਓ, ਤੇ ਉਹਨਾਂ ਨੂੰ ਥੋੜਾ ਜਿਹਾ ਪਿੰਚ ਤੇ ਹੋਏਗਾ। ਪਰ ਚਲੋ ਹੁਣ ਗਵਰਨਰ ਸਾਹਿਬ ਦਾ ਹੁਕਮ ਹੈ। ਹਾਂਜੀ ਹਾਂਜੀ, ਮੈਂ ਭਾਸਕਰ ਸਾਹਿਬ ਜਦੋਂ ਵੀ ਕਿਤੇ ਹੁਣ ਬੈਠਦਾ ਨਾ ਪਲੇਨ ਦੇ ਵਿੱਚ, ਮੈਂ ਕਦੋਂ ਜਹਾਜ਼ ਦਾ ਸਫ਼ਰ ਕਰਦਾ, ਤੇ ਮੈਂ ਆਲੇ ਦੁਆਲੇ 'ਚ ਵੇਖ ਕੇ ਨਾ ਕੈਟਲ ਕਲਾਸ ਜੀ ਦੀ ਫੀਲ ਲੈਂਦਾ ਹੀ ਲੈਂਦਾ ਹਮੇਸ਼ਾ, ਅਤੇ ਨਾਲ ਸ਼ਸ਼ੀ ਥਰੂਰ ਨੂੰ ਯਾਦ ਕਰਕੇ ਤੇ 5-7 ਖਰੀਆਂ ਮੂੰਹ 'ਚ ਸੁਣਾਉਂਦਾ ਹੁੰਦਾ ਕਿ ਬੜਾ ਸਿਆਣਾ ਯਾਰ ਤੂੰ, ਜਦ ਸਾਡੇ ਪੈਸੇ ਸਾਨੂੰ ਵੀ ਇਹੋ ਜਿਹੀਆਂ ਦੇ ਦਿਆ ਕਰੋ ਗਿਫਟ ਵਿੱਚ, ਨਹੀਂ ਤੇ ਜਹਾਜ਼ਾਂ ਦੀਆਂ ਸੀਟਾਂ ਵੱਡੀਆਂ ਕਰ ਦੋ ਸਾਰਿਆਂ ਲਈ ਇੱਕੋ ਜਿਹੀਆਂ ਜੀ। ਹਜੇ ਤੱਕ ਉਹ ਕੈਟਲ ਕਲਾਸ ਚੱਲਦੀ ਪਈ ਹੈ। ਔਰ ਬਾਕੀ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਵੀ ਤੁਸੀਂ ਇਕਨੋਮੀ ਕਲਾਸ ਦੇ ਵਿੱਚ ਬੈਠ ਕੇ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਫੀਲ ਆਉਂਦੀ ਹੈ ਕਿ ਵੀ ਇਹ ਕੈਟਲ ਕਲਾਸ ਹੀ ਹੈਗੀ ਹੈ। ਹੁਣ ਗੱਲ ਕਰੀਏ ਆਂਗਨਵਾੜੀ ਵਰਕਰਾਂ ਦੀ। ਬਲਜੀਤ ਕੌਰ ਮੰਤਰੀ ਹੈ ਮਹਿਕਮੇ ਦੀ, ਉਹਨਾਂ ਨੇ ਇਹ ਗੱਲ ਕਹੀ ਕਿ 150 ਦੇ ਕਰੀਬ ਆਂਗਨਵਾੜੀ ਵਰਕਰਸ ਇੱਦਾਂ ਦੀ ਹੈਗੀ ਹੈ ਜਿਹੜੀ ਪੋਲੀਟਿਕਸ ਦੇ ਵਿੱਚ ਬੜੀ ਐਕਟਿਵ ਹੈਗੀ ਨੇ। ਕੁਝ ਪੰਚ ਨੇ, ਸਰਪੰਚ ਨੇ, ਤੇ ਇੱਕ ਤੇ ਹੁਣ ਅਕਾਲੀ ਦਲ ਦੀ ਪ੍ਰਧਾਨ ਵੀ ਬਣ ਗਈ ਹੈ ਹਰਗੋਬਿੰਦ ਕੌਰ। ਉਸ ਤੋਂ ਬਾਅਦ ਇਹਨਾਂ 150 ਆਂਗਨਵਾੜੀ ਵਰਕਰਸ ਨੂੰ ਸ਼ੋ ਕਾਜ਼ ਨੋਟਿਸ ਜਾਰੀ ਕਰਤਾ ਹੈ ਕਿ ਕਿਉਂ ਨਾ ਤੁਹਾਡੇ ਖਿਲਾਫ ਐਕਸ਼ਨ ਲਿੱਤਾ ਜਾਏ, ਕਾਰਨ ਕਿ ਸਰਕਾਰੀ ਨੌਕਰੀ ਦੇ ਵਿੱਚ ਹੁੰਦੇ ਹੋਏ ਤੁਸੀਂ ਕਿਸੇ ਵੀ ਪੋਲਿਟਿਕਸ ਜਾਂ ਪੋਲੀਟੀਕਲ ਐਕਟੀਵਿਟੀਜ਼ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ। ਇਹ ਮਾਮਲਾ ਉਜਾਗਰ ਹੀ ਤਦ ਹੋਇਆ ਕਿਉਂਕਿ ਇਸਤਰੀ ਅਕਾਲੀ ਦਲ ਨੇ ਵੀ ਵਿਰੋਧ ਕੀਤਾ ਹੋਇਆ ਹਰਗੋਬਿੰਦ ਕੌਰ ਦਾ, ਔਰ ਹੁਣ ਸਰਕਾਰ ਦੀ ਤਰਫੋਂ ਵੀ ਇਹ ਨੋਟਿਸ। ਤੁਹਾਨੂੰ ਯਾਦ ਹੋਏਗਾ 2-4 ਸਾਲ ਪਹਿਲੇ ਇਹ ਟੀਚਰਾਂ ਦੇ ਖਿਲਾਫ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਕੀਤੀ ਗਈ ਸੀ ਕਿ ਬਹੁਤ ਸਾਰੇ ਟੀਚਰਸ ਵੀ ਪੋਲੀਟੀਕਲ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਦੇ ਸੀ, ਔਰ ਕੁਝ ਤੇ ਸਾਡੇ ਪੱਤਰਕਾਰਾਂ ਦੇ ਵਿੱਚ ਵੀ ਇਨਵੋਲਵ ਸੀਗੇ, ਤੇ ਉਹ ਐਕਸ਼ਨ ਉਹਨਾਂ ਦੇ ਖਿਲਾਫ ਵੀ ਲਿੱਤਾ ਗਿਆ ਸੀ। ਹੁਣ ਵਾਰੀ ਹੈਗੀ ਆਂਗਨਵਾੜੀ ਵਰਕਰਸ ਦੀ, ਪੋਲਿਟਿਕਸ ਕਰ ਲਓ ਜਾਂ ਫਿਰ ਤੁਸੀਂ ਕੰਮ ਕਰ ਲਓ। ਇਹ ਇੱਕ ਸਿੱਧਾ 2 ਟੁਕ ਨੋਟਿਸ ਦੇ ਦਿੱਤਾ ਗਿਆ। ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਬਹੁਤ ਸਾਰਾ ਭਰਵਾਂ ਇਕੱਠ ਸੀ, ਔਰ 150 ਨਹੀਂ, ਮੈਨੂੰ ਲੱਗਦਾ ਉਹ ਤਾਂ 400-500 ਦਾ ਹੋਣਾ ਘੱਟੋ ਘੱਟ। ਇੰਦਰਪ੍ਰੀਤ ਜੀ, ਮੈਨੂੰ ਲੱਗਦਾ ਉਦਣ ਦੀ ਸਰਕਾਰ ਦੇ ਉੱਤੇ ਅਸਰ ਆ ਵੀ ਤਨਖਾਹਾਂ ਸਰਕਾਰੀ ਖਜ਼ਾਨੇ ਚੋਂ ਤੇ ਭਰਵੇਂ ਇਕੱਠ ਵਿਰੋਧੀਆਂ ਨੂੰ, ਇਹ ਤਾਂ ਸਰਕਾਰਾਂ ਨੇ ਰੱਖੇ ਹੁੰਦੇ ਨਾ ਜੀ, ਵੀ ਜਿੱਥੇ ਕਿਤੇ ਮੁੱਖ ਮੰਤਰੀ ਸਾਹਿਬ ਨੇ ਆਉਣਾ ਤਾਂ 1000-2000 ਸਰਕਾਰੀ ਬੰਦੇ ਤਰ੍ਹਾਂ ਲਾ ਹੀ ਦੋ। ਖੈਰ ਮੈਂ ਅੱਗੇ ਚੱਲੂੰਗਾ, ਮੈਂ ਚਾਹੂੰਗਾ ਕਿ ਵੈਸੇ ਮਾਮਲਾ ਤਾਂ ਬਾਦਲ ਸਾਹਿਬ ਦਾ ਚੱਲਿਆ ਤੇ ਬਾਜਵਾ ਮੈਨੂੰ ਯਾਦ ਆ ਗਏ। ਭਾਸਕਰ ਸਾਹਿਬ, ਬਾਜਵਾ ਸਾਹਿਬ ਦੀ ਗੱਲ ਵੀ ਸੁਣਾ ਦਿਓ, ਕੱਲ ਉਹ ਵੀ ਕਾਫੀ ਖਫਾ ਸੀ। ਉੱਤੇ ਕੇਜਰੀਵਾਲ ਸਾਹਿਬ ਚਿੱਠੀਆਂ ਲਿਖ ਰਹੇ ਡਾਕਟਰ ਮਨਮੋਹਨ ਸਿੰਘ ਨੂੰ, ਮਲਕਰਜਨ ਖੜਗੇ ਨੂੰ, ਰਾਹੁਲ ਗਾਂਧੀ ਨੂੰ, ਤੁਹਾਡਾ ਬਹੁਤ ਧੰਨਵਾਦ ਔਖੇ ਵੇਲੇ ਸਾਥ ਦੇਣ ਲਈ, ਯਾਦ ਰੱਖਾਂਗੇ ਜੀ ਸਾਰੀ ਉਮਰ। ਇੱਧਰ ਬੰਨੇ ਬਾਜਵਾ ਸਾਹਿਬ ਕਹਿੰਦੇ ਆਮ ਆਦਮੀ ਪਾਰਟੀ ਇੱਕ ਪਾਰਟੀ, ਇਹਦੇ ਨਾਲ ਸਮਝੌਤਾ, ਗਲਤ ਹੋ ਰਿਹਾ। ਜਿੱਥੇ ਤੱਕ ਬਾਜਵਾ ਸਾਹਿਬ ਦੀ ਗੱਲ ਹੈਗੀ ਹੈ, ਬਾਜਵਾ ਸਾਹਿਬ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੰਡੀਆ ਦੇ ਅਲਾਈਅੰਸ ਦਾ ਵਿਰੋਧ ਹੀ ਕੀਤਾ। ਉਹ ਕਹਿੰਦੇ ਨਾ, ਸਾਡਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਹੀ ਨਹੀਂ ਹੈਗਾ। ਯਾਨੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਹ ਦੂਰੀਆਂ ਲਗਾਤਾਰ ਬਣਾ ਰਿਹਾ, ਪਰ ਮੁਸ਼ਕਿਲ ਹੋ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਉਹ ਕਲੋਜ਼ਨੈਸ ਪਾਰਲੀਮੈਂਟ ਦੇ ਅੰਦਰ ਦੇਖੀ ਜਾ ਰਹੀ ਹੈ। ਹੁਣ ਦਿੱਲੀ ਸਰਵਿਸਿਜ਼ ਬਿੱਲ ਦਾ ਵਿਰੋਧ ਕਾਂਗਰਸ ਨੇ ਤੇ ਬੜੇ ਜ਼ਬਰਦਸਤ ਤਰੀਕੇ ਨਾਲ ਕੀਤਾ, ਔਰ ਇਹਦੇ ਵਾਸਤੇ ਵੀ ਕਹਿ ਕੇ ਆਏ ਸੀ ਕਿ ਬਾਜਵਾ ਸਾਹਿਬ ਨਾ, ਅਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਕਿਸੇ ਵੀ ਤਰੀਕੇ ਨਾਲ ਨਹੀਂ ਕਰਨੀ, ਇਹਨਾਂ ਨੇ ਤੇ ਸਾਡਾ ਜੀਣਾ ਹਰਾਮ ਕੀਤਾ ਹੋਇਆ ਪੰਜਾਬ ਦੇ ਵਿੱਚ। ਮੈਨੂੰ ਲੱਗਦਾ ਹੈ ਆਪਣੀ ਗੱਲ ਨੂੰ ਘਰ ਘਰ ਜਾ ਕੇ ਕਹਿਣ ਦੀ ਲੋੜ ਪੈ ਰਹੀ ਹੈ ਬਾਜਵਾ ਸਾਹਿਬ ਨੂੰ ਕਿ ਸਾਡਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਕੱਲ ਪਟਿਆਲੇ ਦੇ ਵਿੱਚ ਵੀ ਭਾਵੇਂ ਪਟਿਆਲੇ ਦੇ ਵਿੱਚ ਉਹ ਕਿਸਾਨਾਂ ਦੇ ਜਾਂ ਬਾੜ ਪੀੜਤਾਂ ਦੇ ਸਮਰਥਨ ਦੇ ਵਿੱਚ ਇੱਕ ਰੈਲੀ ਜਾਂ ਇੱਕ ਪ੍ਰਦਰਸ਼ਨ ਕਰ ਰਹੇ ਸੀਗੇ, ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕੀਤੀ ਵੀ ਨਾ, ਸਾਡਾ ਕੋਈ ਅਲਾਈਅੰਸ ਨਹੀਂ, ਅਸੀਂ 13 ਦੀ 13 ਸੀਟਾਂ ਲੜਾਂਗੇ ਔਰ 13 ਦੀ 13 ਸੀਟਾਂ ਆਪਾਂ ਜਿੱਤਾਂਗੇ ਵੀ। ਪਰ ਦੂਜੇ ਪਾਸੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਅਰਵਿੰਦ ਕੇਜਰੀਵਾਲ ਨੇ ਚਿੱਠੀ ਲਿਖ ਕੇ ਥੈਂਕ ਯੂ ਕਹਿ ਕੇ ਇੱਕ ਮਾਹੌਲ ਜਿਹਾ ਬਣਾਤਾ ਕਿ 31 ਤੇ 1 ਸਤੰਬਰ ਨੂੰ ਜਦ ਇਹ ਇੰਡੀਆ ਦੀ ਅਲਾਈਅੰਸ ਪਾਰਟਨਰ ਜੁੜਨਗੇ ਮੁੰਬਈ ਦੇ ਵਿੱਚ, ਉੱਥੇ ਮੈਨੂੰ ਲੱਗਦਾ ਹੈ ਕੋਈ ਨਾ ਕੋਈ ਸੀਟ ਸ਼ੇਅਰਿੰਗ ਦਾ ਫਾਰਮੂਲਾ ਕੱਢ ਕੇ ਲੈਣਗੇ। ਤਦ ਤੱਕ ਇਹ ਵੀ ਹੋ ਸਕਦਾ ਕਿ ਬਾਜਵਾ ਸਾਹਿਬ ਦੀ ਇਹ ਟੈਕਟਿਕ ਹੋਏ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਹੁੰਦਾ ਹੈ ਤੇ ਅਸੀਂ ਨਾ ਕਰਕੇ ਜ਼ਿਆਦਾ ਸੀਟਾਂ ਲੈਣ ਦੇ ਵਿੱਚ ਕਾਮਯਾਬ ਹੋ ਜਾਏ। ਪਤਾ ਨਹੀਂ ਇਹ ਸਟ੍ਰੈਟਜੀ ਹੈ ਜਾਂ ਫਿਰ ਇੱਕ ਸਟੈਂਡ ਹੈ। ਜੇ ਸਟੈਂਡ ਹੈ ਤੇ ਫਿਰ ਆਉਣ ਵਾਲੇ ਟਾਈਮ ਵਿੱਚ ਹਾਈ ਕਮਾਂਡ ਦੇ ਨਾਲ ਇੱਕ ਤਰੀਕੇ ਨਾਲ ਟੱਕਰ ਲੈਣੀ ਪਏਗੀ ਬਾਜਵਾ ਸਾਹਿਬ ਨੂੰ, ਜਿਸ ਤਰੀਕੇ ਦੇ ਹਾਲਾਤ ਨਜ਼ਰ ਆਉਂਦੇ ਨੇ। ਬਿਲਕੁਲ, ਇਹਦੇ ਵਿੱਚ ਮੈਂ ਇੰਦਰਪ੍ਰੀਤ ਜੀ ਤੁਹਾਡੇ ਕੋਲ ਹੀ ਆ ਰਿਹਾ। ਪੋਲਿਟਿਕਸ ਦੀ ਗੱਲ ਦੇ ਵਿੱਚ ਤੁਸੀਂ ਜ਼ਰੂਰ ਸ਼ਾਮਲ ਹੋਵੋ, ਦਿਲਚਸਪ ਹੈ। ਮੈਨੂੰ ਲੱਗਦਾ ਜਿਹੜੀਆਂ ਇਹ ਚਿੱਠੀਆਂ ਨਾ ਕੇਜਰੀਵਾਲ ਦੀਆਂ, ਇਹਨਾਂ ਚਿੱਠੀਆਂ ਦੇ ਉੱਤੇ ਮੁੱਲ ਵੱਟਿਆ ਜਾਊਗਾ ਕੱਲ ਨੂੰ। ਜਦੋਂ ਕਿਤੇ ਸੀਟ ਸ਼ੇਅਰਿੰਗ ਦੇ ਉੱਤੇ ਬੈਠਣਗੇ ਤਾਂ ਕੇਜਰੀਵਾਲ ਸਾਹਿਬ ਕਹਿਣਗੇ 92 ਸਾਡੇ ਕੋਲ ਨੇ, ਉਹ ਕਹਿਣਗੇ ਜੀ ਯਾਦ ਕਰ ਲਓ ਜਦੋਂ ਤੁਹਾਡੇ ਕੋਲ ਕੋਈ ਨਹੀਂ ਸੀ, ਸਾਡੇ ਤੁਹਾਡੇ ਹੱਕ 'ਚ ਭੁਗਤੇ ਸੀ, ਸਨਮਾਨਜਨਕ ਸਮਝੌਤਾ ਕਰੀਏ
13+1 ਕਰੀਏ, ਚੰਡੀਗੜ੍ਹ ਨੂੰ ਨਾਲ ਸ਼ਾਮਲ ਕਰੀਏ, 13+1 ਕਰੀਏ, 14 ਕਰੀਏ, 7-7 ਤੇ ਲੜੀਏ। ਸਨਮਾਨ ਤੁਹਾਡਾ ਵੀ ਬਚਿਆ ਰਹੂ, ਸਨਮਾਨ ਸਾਡਾ ਵੀ। ਪਾਰਲੀਮੈਂਟ ਦੇ ਵਿੱਚ ਤਾਂ ਫਿਰ ਇਕੱਠਿਆਂ ਹੀ ਇੱਕ ਜਗ੍ਹਾ ਹੋਣਾ ਹੈ। ਸੋ ਮੈਨੂੰ ਲੱਗਦਾ ਹੈ ਕਿ ਬਾਜਵਾ ਸਾਹਿਬ 7 ਸੀਟਾਂ ਲਈ ਕੈਂਡੀਡੇਟ ਬਚਾ ਕੇ ਰੱਖਣ, ਇੰਜ ਲੱਗ ਰਿਹਾ। ਇੰਦਰਪ੍ਰੀਤ ਜੀ। ਹਾਂ ਬਿਲਕੁਲ, ਇਹ ਸਮਝੌਤਾ ਇਸੇ ਤਰ੍ਹਾਂ ਹੀ ਹੋਣ ਦੀ ਦਿਸ਼ਾ ਵੱਲ ਵਧੂਗਾ, ਜਾਂ ਇਹ ਵੀ ਹੋ ਸਕਦਾ, ਕਿਉਂਕਿ ਇਹ ਵੀ ਇੱਕ ਗੱਲ ਚੱਲ ਰਹੀ ਹੈ ਵੀ ਜਿਹੜੇ ਕਾਂਗਰਸ ਦੇ ਬੰਦੇ ਹੈਗੇ ਆ ਉਹ ਆਮ ਆਦਮੀ ਪਾਰਟੀ ਵੱਲੋਂ ਲੜਨ। ਇਹ ਵੀ ਇੱਕ ਚੱਲ ਰਹੀ ਹੈ ਚਰਚਾ, ਮੈਂ ਨਹੀਂ ਕਰਾਂਗੀ ਸਹੀ ਹੋਈ ਹੈ, ਕਿਉਂਕਿ ਮੈਂ ਸੁਣਨ ਨੂੰ ਮਿਲ ਰਿਹਾ ਕਿ ਇਸ ਤਰ੍ਹਾਂ ਦੇ ਵੀ ਫਾਰਮੂਲੇ ਤੈਅ ਹੋ ਰਹੇ ਨੇ, ਕਿਉਂਕਿ ਆਮ ਆਦਮੀ ਪਾਰਟੀ ਕੋਲ ਵੀ ਹੁਣ ਬੰਦੇ ਹੈ ਨਹੀਂ ਆ ਲੜਾਉਣ ਵਾਸਤੇ, ਤੇ ਉਹ ਦੂਜੀ ਪਾਰਟੀਆਂ ਤੋਂ ਹੀ ਲੈ ਕੇ ਆ ਰਹੇ ਨੇ। ਪਹਿਲਾਂ ਵੀ ਇੱਕ ਕਾਂਗਰਸ ਦਾ ਲੈ ਗਏ ਆ ਉਹ। ਤੁਹਾਡਾ ਮਤਲਬ ਜਿਹੜੀਆਂ 7 ਉਹਨਾਂ ਦੇ ਹਿੱਸੇ ਚ ਆਉਣੀਆਂ ਉਹਦੇ ਤੋਂ ਵੀ ਕਾਂਗਰਸ ਹੀ ਲੜਾ ਲੈਣ ਆਪਣੇ ਬਣਾ ਕੇ, ਹੈ ਨਾ? ਜੀ ਜੀ। ਤੇ ਇੱਕ ਤਾਂ ਇਹ ਫਾਰਮੂਲੇ ਚੱਲ ਰਹੇ ਆ। ਦੇਖੋ ਇੰਟਰਸਟਿੰਗ ਗੱਲ ਹੈਗੀ ਹੈ, ਜੇ ਬਾਜਵਾ ਸਾਹਿਬ ਇਲੈਕਸ਼ਨ ਲੜਨਾ ਚਾਹਣਗੇ ਤੇ ਤੁਸੀਂ ਦੇਖੋ ਕਿੱਦਾਂ ਦਾ ਸੀਨ ਹੋਏਗਾ ਜਦੋਂ ਝਾੜੂ ਦੇ ਚੋਣ ਨਿਸ਼ਾਨ ਦੇ ਉੱਤੇ ਇਲੈਕਸ਼ਨ ਲੜਦੇ ਹੋਏ ਨਜ਼ਰ ਆਉਣਗੇ। ਰਾਜਾ ਵੜਿੰਗ ਉਹਨਾਂ ਬਠਿੰਡੇ ਤੋਂ ਝਾੜੂ ਚੱਕ ਕੇ ਵੋਟ ਮੰਗਦੇ ਨਜ਼ਰ ਆਉਣਗੇ। ਇਹ ਗੱਲ ਥੋੜੀ ਅਟਪਟੀ ਜੀ ਲੱਗਦੀ ਹੈ, ਕਿਉਂਕਿ ਬੜਾ ਔਖਾ ਹੈ ਹੱਥ ਨੂੰ ਛੱਡ ਕੇ ਹੱਥ 'ਚ ਝਾੜੂ ਫੜ ਕੇ ਇਲੈਕਸ਼ਨ ਲੜਨਾ। ਭਾਸਕਰ ਸਾਹਿਬ, ਤੁਸੀਂ ਹਾਸਾ ਠੱਠਾ ਕਰਦੇ ਹੋ, ਅਗਲੇ ਜਿਹੜੇ ਗੁੱਸਾ ਕਰਦੇ, ਇੰਜ ਨਾ ਕਰਿਆ ਕਰੋ। ਵੈਸੇ ਤੁਹਾਨੂੰ ਮੈਂ ਯਾਦ ਕਰਾ ਦਿਆਂ, 39 ਸੈਕਟਰ ਵਾਲੀਆਂ ਕੋਠੀਆਂ ਦੇ ਸੈਂਟਰ 'ਚ ਇੱਕ ਕੋਠੀ ਹੈ ਜਿਹੜੀ ਬਾਜਵਾ ਸਾਹਿਬ ਨੇ ਬੜੀ ਰੋਹ ਨਾਲ ਤਿਆਰ ਕਰਾਈ ਆ। ਰਹਿੰਦੇ ਉੱਥੇ ਹੈ ਨਹੀਂ, ਕਦੇ ਕਦੇ ਆਪਣੇ ਬੰਦਿਆਂ ਨੂੰ ਪਾਰਟੀਆਂ ਪੂਟੀਆਂ ਦੇਣ ਲਈ ਸੱਦ ਲੈਂਦੇ। ਸਾਨੂੰ ਕਦੇ ਪਾਰਟੀ ਦਿੱਤੀ ਨਹੀਂ ਉਹਨਾਂ ਨੇ, ਖੈਰ ਸਾਨੂੰ ਕਿਉਂ ਪਾਰਟੀ ਦੇਣਗੇ ਜੀ ਉਹ। ਤੇ ਮੈਂ ਇਹ ਕਹਿਣਾ ਚਾਹੂੰਗਾ ਕਿ ਉਹ ਜਿਹੜੀਆਂ ਕੈਬਨਿਟ ਮੰਤਰੀ ਵਾਲੀਆਂ ਸਹੂਲਤਾਂ ਨੇ, ਘੱਟੋ ਘੱਟ ਅਗਲੇ 3.5 ਸਾਲ ਨਹੀਂ ਛੱਡਣਾ ਚਾਹਣਗੇ ਇਲੈਕਸ਼ਨ ਲੜ ਕੇ। ਉਹ ਮੁੱਦਾ ਉਠਾਉਣਗੇ ਮੇਰੀ ਘਰ ਵਾਲੀ ਨੂੰ ਲੜਾਓ, ਜਿਹੜੀ ਕਿ ਨਹੀਂ ਲੜਾਈ ਜਾਏਗੀ, ਇਸ ਗੱਲ ਦਾ ਤਾਂ ਪੱਕਾ ਪਤਾ। ਸੋ ਬਾਜਵਾ ਸਾਹਿਬ ਇਸ ਦੌੜ ਚੋਂ ਹੀ ਬਾਹਰ ਆ। ਤੁਸੀਂ ਕਿਉਂ ਉਹਨਾਂ ਦੇ ਹੱਥ 'ਚ ਧੱਕੇ ਨਾਲ ਝਾੜੂ ਫੜਾਉਣਾ ਚਾਹੁੰਦੇ ਹੋ ਜੀ ਇੰਦਰਪ੍ਰੀਤ ਜੀ? ਨਹੀਂ, ਮੈਂ ਤਾਂ ਗੱਲ ਮੈਂ ਕਿਹਾ ਬਾਜਵਾ ਸਾਹਿਬ ਦੀ ਤੁਸੀਂ ਕੀਤੀ ਹੈ। ਤੁਸੀਂ ਅਕਾਲੀ ਦਲ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਹੈਗੇ ਆ ਸੁਖਬੀਰ ਬਾਦਲ, ਉਹਨਾਂ ਨੇ ਕੱਲ ਇੱਕ ਟਵੀਟ ਕੀਤਾ, ਮੈਨੂੰ ਬੈਠੇ ਬੈਠੇ ਉਹੀ ਯਾਦ ਆ ਗਿਆ। ਮੈਂ ਕਿਹਾ ਉਹ ਜਿਹੜਾ ਟਵੀਟ ਦੇਖਣ ਵਾਲਾ ਹੈ, ਉਹਨਾਂ ਨੇ ਮੂਵੀ ਜਿਹੜੀ ਹੈਗੀ ਹੈ 95 ਪੰਜਾਬ, ਇਹ ਇੱਕ ਮੂਵੀ ਦੇ ਉੱਤੇ ਜਿਹੜੀ ਜਸਵੰਤ ਸਿੰਘ ਖਾਲੜਾ ਮਾਨਵਾਧਿਕਾਰ ਆਯੋਗ ਕਾਰਜਕਰਤਾ ਸੀਗੇ, ਉਹਨਾਂ ਦੇ ਉੱਤੇ ਬਣਾਈ ਹੋਈ, ਉਹਨਾਂ ਦੇ ਜੀਵਨ ਦੇ ਉੱਤੇ ਬਣਾਈ ਹੋਈ ਫਿਲਮ ਹੈ, ਜਿਹਨੂੰ ਸੈਂਸਰ ਬੋਰਡ ਨੇ ਕਾਫੀ ਕੱਟਸ ਲਗਾਏ ਨੇ। ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਇਹ ਕੱਟ ਕਿਉਂ ਲਗਾਏ ਨੇ, ਪਰ ਮੈਨੂੰ ਇਸ ਕਰਕੇ ਯਾਦ ਆ ਗਿਆ ਇਹ ਚੀਜ਼ ਜਦੋਂ ਉਹਨਾਂ ਦਾ ਮੈਂ ਟਵੀਟ ਦੇਖਿਆ। ਤਾਂ ਮੈਂ ਕਿਹਾ ਵੀ ਇੱਕ ਇਹ ਬੜੀ ਥੋੜੀ ਪੁਰਾਣੀ ਗੱਲ ਹੈ। 95 ਚ ਜਦੋਂ ਉਹਨਾਂ ਦੀ ਡੈਥ ਹੋਈ ਸੀਗੀ ਖਾਲੜਾ ਸਾਹਿਬ ਦੀ, ਤੇ ਉਦੋਂ ਬਾਦਲ ਸਾਹਿਬ ਉਦੋਂ ਤਾਜ਼ੇ ਜਿੱਤੇ ਸੀਗੇ ਗਿੱਦੜਬਾਹ ਵਾਲੀ ਇਲੈਕਸ਼ਨ, ਬਹੁਤ ਸਰਗਰਮ ਹੋ ਗਏ ਸੀ, ਕਾਫੀ ਤੁਹਾਨੂੰ ਧਿਆਨ ਚ ਹੋਊਗਾ, ਬੜਾ ਸਰਗਰਮ ਹੋ ਗਏ ਸੀ। ਤੇ ਉਦੋਂ ਫਿਰ ਉਹਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਵੀ ਜਦੋਂ ਸਾਡੀ ਸਰਕਾਰ ਆਏਗੀ, ਇਹ ਜਿੰਨੀਆਂ ਇਸ ਕਿਸਮ ਦੀਆਂ ਮਿਲੀਟੈਂਸੀ ਦੇ ਦੌਰ ਦੇ ਵਿੱਚ ਜ਼ਿਆਦਤੀਆਂ ਹੋ ਰਹੀਆਂ ਨੇ, ਇਹ ਸਾਰੀਆਂ ਜ਼ਿਆਦਤੀਆਂ ਦੇ ਲਈ ਦੀ ਜਾਂਚ ਵਾਸਤੇ ਅਸੀਂ ਇੱਕ ਕਮਿਸ਼ਨ ਬਣਾਵਾਂਗੇ। ਤੇ ਬਿਲਕੁਲ ਠੀਕ 2 ਸਾਲ ਬਾਅਦ ਜਦੋਂ ਉਹ 97 ਚ ਫਿਰ ਬਣ ਗਏ ਮੁੱਖ ਮੰਤਰੀ, ਤੇ ਪੱਤਰਕਾਰਾਂ ਨੇ ਫਿਰ ਉਸ ਕਮਿਸ਼ਨ ਦੀ ਯਾਦ ਦਿਲਾਈ ਉਹਨਾਂ ਨੂੰ ਕਿ ਬਾਦਲ ਸਾਹਿਬ ਉਹ ਕਮਿਸ਼ਨ ਕਿੱਥੇ ਹੈ। ਤਾਂ ਬਾਦਲ ਸਾਹਿਬ ਨੇ ਕਿਹਾ ਵੀ ਜੀ ਉਹ ਤਾਂ ਛੱਡੋ, ਕਿਉਂ ਹੁਣ ਆਪਾਂ ਗੜੇ ਮੁਰਦੇ ਖਾਣੇ ਉਖਾੜਦੇ ਆ, ਆਪਾਂ ਅੱਗੇ ਵਧੀਏ। ਸੋ ਉਹ ਉਸੇ ਗੱਲ ਨੂੰ ਉੱਥੇ ਹੀ ਛੱਡ ਗਏ। ਫਿਰ 2019 ਦੇ ਵਿੱਚ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਵਾਈਫ ਇਲੈਕਸ਼ਨ ਲੜੀ ਸੀ ਖਡੂਰ ਸਾਹਿਬ ਤੋਂ। ਤੁਹਾਨੂੰ ਯਾਦ ਹੋਊਗਾ ਕਿ ਉਹਨਾਂ ਨੇ ਅਪੀਲ, ਸਾਰੇ ਸਿੱਖਾਂ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਦੇ ਖਿਲਾਫ ਕੋਈ ਨਾ ਖੜਾ ਕੀਤਾ ਜਾਏ। ਸਿਰਫ ਖਹਿਰਾ ਸਾਹਿਬ ਨੇ, ਆਪਣੇ ਸੁਖਪਾਲ ਖਹਿਰਾ ਹੋਰਾਂ ਦੀ ਜਿਹੜੀ ਪਾਰਟੀ ਸੀਗੀ ਉਹਨਾਂ ਨੇ ਜਿਹੜੀ ਬਣਾਈ ਸੀ, ਉਹਨਾਂ ਨੇ ਵਿਡਰਾਅ ਕੀਤਾ, ਉਹਨਾਂ ਦੇ ਹੱਕ 'ਚ ਬੈਠੇ, ਬਾਕੀ ਕੋਈ ਵੀ ਨਹੀਂ ਬੈਠਾ। ਬਲਕਿ ਅਕਾਲੀ ਦਲ ਨੇ ਤਾਂ ਬੀਬੀ ਜਗੀਰ ਕੌਰ ਨੂੰ ਉਹਨਾਂ ਦੇ ਖਿਲਾਫ ਖੜਾ ਕਰਤਾ। ਸੋ ਮੈਨੂੰ ਇਹ ਕਈ ਵਾਰ ਸਮਝ ਨਹੀਂ ਆਉਂਦੀ ਵੀ ਜਦੋਂ ਆਪਾਂ ਸੱਤਾ 'ਚ ਹੁੰਨੇ ਆ ਤਾਂ ਡਿਫਰੈਂਟ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਉਸੇ ਮਜ਼ਮੂਨ ਜਿਹੜੇ ਉਹੀ ਜਦੋਂ ਅਸੀਂ ਵਿਰੋਧ 'ਚ ਹੁੰਨੇ ਆ ਤਾਂ ਬਿਲਕੁਲ ਡਿਫਰੈਂਟ ਹੋ ਜਾਂਦੇ ਆ। ਕਿ ਇਹ ਆਪਾਂ ਕੋਈ ਸਟੈਂਡ ਇੱਕ ਜਿਹਾ ਰੱਖਾਂਗੇ ਕਿ ਸਿਰਫ ਲੋਕਾਂ ਦੀ ਅੱਖਾਂ 'ਚ ਧੂੜ ਹੀ ਫੱਕਣੀ ਆਪਾਂ? ਬਿਲਕੁਲ, ਇਹ ਕਾਫੀ ਸੀਰੀਅਸ ਮਾਮਲਾ ਹੈ ਕਿ ਦੋਹਰੇ ਮਾਪਦੰਡ ਕਿਉਂ? ਜੇਕਰ ਤੁਸੀਂ ਸਿਧਾਂਤਕ ਪੱਧਰ ਤੇ ਕਿਸੇ ਹੱਕ 'ਚੋਂ ਜਾਂ ਇੱਕ ਖਾਸ ਪੈਂਤੜੇ ਤੇ ਹੋ ਤਾਂ ਉਹ ਤੋਂ ਥਿੜਕਣਾ ਕਿਉਂ? ਜਾਂ ਫਿਰ ਵਾਰਾਖਾਂਦੀ ਰਾਜਨੀਤੀ ਕਿ ਜਦੋਂ ਜਿਹੜੀ ਚੀਜ਼ ਵਾਰਾ ਖਾਰੀ ਹੋਵੇ ਜਾਂ ਜਿਹਦੀ ਲੋੜ ਹੋਵੇ, ਇੱਥੇ ਲੋੜ ਜ਼ਿਆਦਾ ਹੈ, ਵਾਰਾ ਵੀ ਨਹੀਂ ਖਾਣ ਵਾਲੀ ਗੱਲ। ਕਿ ਹੁਣ ਅਕਾਲੀ ਦਲ ਨੂੰ ਇਹ ਸਟੈਂਡ ਲਏ ਬਿਨਾਂ ਸਰਨਾ ਨਹੀਂ। ਕੱਲ ਪਾਰਲੀਮੈਂਟ ਦੇ ਵਿੱਚ ਵੀ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਸਟੈਂਡ ਲਿਆ, ਉਹਨਾਂ ਕੋਲ ਇਹ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਸੋ ਇਹ ਗੱਲ ਠੀਕ ਹੈ ਕਿ ਜੇ ਹੁਣ ਵੀ ਤੁਸੀਂ ਇਸ ਹੱਕ ਦੇ ਹੋ ਤਾਂ ਇਹ ਜ਼ਰੂਰ ਕਹਿ ਦਿਓ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਕੁਝ ਗਲਤੀਆਂ ਕੀਤੀਆਂ ਨੇ, ਹੁਣ ਅਸੀਂ ਇਹਨੂੰ ਭਵਿੱਖ ਵਿੱਚ ਨਹੀਂ ਦੁਹਰਾਵਾਂਗੇ, ਅਸੀਂ ਲੜਾਂਗੇ, ਮਾਨਵ ਅਧਿਕਾਰਾਂ ਲਈ ਵੀ ਲੜਾਂਗੇ, ਇਸ ਖਿੱਤੇ ਦੀਆਂ ਲੋੜਾਂ ਲਈ ਵੀ ਲੜਾਂਗੇ, ਇੱਥੋਂ ਦੇ ਲੋਕਾਂ ਦੀ ਤਰਜਮਾਨੀ ਵੀ ਕਰਾਂਗੇ। ਤੇ ਫਿਰ ਤੁਸੀਂ ਲੜੋ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ
ਹੋਣ ਵਾਲੀਆਂ ਹੋ ਨਹੀਂ ਰਹੀਆਂ, ਕਿਉਂ ਨਹੀਂ ਹੋ ਰਹੀਆਂ? ਇੱਥੇ ਮੁੱਦਾ ਉਠਾਓ, ਸਵਾਲ ਉਠਾਓ, ਅਜਲਾਸ ਬੁਲਾਓ, ਆਪਣਾ ਵੀ ਬੁਲਾਓ, ਕਮੇਟੀ ਸ਼੍ਰੋਮਣੀ ਕਮੇਟੀ ਦਾ ਵੀ ਬੁਲਾਓ। ਪਰ ਅਸੀਂ ਬਹੁਤ ਤੇਜ਼ੀ ਨਾਲ ਆਵਾਂਗੇ। ਅਗਲੇ ਆਪਾਂ 3-4 ਮਿੰਟ ਦੇ ਵਿੱਚ 3 ਖਬਰਾਂ ਲੈਣੀਆਂ। ਭਾਸਕਰ ਸਾਹਿਬ, ਮੈਂ ਤੁਹਾਡੇ ਤੋਂ ਲੈਣਾ ਚਾਹੂੰਗਾ, ਇੱਕ ਨੈਸ਼ਨਲ ਹੈਲਥ ਮਿਸ਼ਨ ਦੇ ਉੱਤੇ ਕੈਗ ਨੇ ਕੁਝ ਬੇਨਿਯਮੀਆਂ ਕੱਢੀਆਂ ਨੇ। ਵੈਸੇ ਹਰਿਆਣਾ ਸਾਡੇ ਤੋਂ ਉੱਤੇ ਆ, ਬਹੁਤ ਕਾਹਲੀ ਦੇ ਵਿੱਚ ਨਿਪਟਾ ਦਿਓ, ਫਿਰ ਮੈਂ ਕਿਸਾਨਾਂ ਵਾਲਾ ਭਾਰ ਜਿਹੜਾ ਉਹ ਪਾ ਦੇਣਾ ਇੰਦਰਪ੍ਰੀਤ ਜੀ। ਆਯੁਸ਼ਮਾਨ ਭਾਰਤ ਸਕੀਮ ਕੁਝ ਸਾਲ ਪਹਿਲੇ ਬੜੀ ਇੱਕ ਵਧੀਆ ਤਰੀਕੇ ਨਾਲ ਗਰੀਬਾਂ ਨੂੰ ਇਲਾਜ ਦੇਣ ਵਾਸਤੇ ਇਹ ਸਕੀਮ ਚਾਲੂ ਹੋਈ ਸੀਗੀ, ਔਰ ਉਸ ਤੋਂ ਬਾਅਦ ਇਸ ਸਕੀਮ ਨੂੰ ਲੈ ਕੇ ਜਦ ਪੰਜਾਬ ਦੇ ਵਿੱਚ ਵੀ ਸਰਕਾਰ ਬਣੀ, ਤੁਹਾਨੂੰ ਯਾਦ ਹੋਏਗਾ ਪੀਜੀਆਈ ਦੇ ਕਰੋੜਾਂ ਰੁਪਏ ਡਿਊ ਸੀਗੇ ਜੋ ਹਰਪਾਲ ਚੀਮਾ ਉਹਨਾਂ ਨੇ ਐਲਾਨ ਕੀਤਾ ਵੀ ਦੇ ਦਿੱਤੇ। ਯਾਨੀ ਹੁਣ ਉਸ ਸਕੀਮ ਦੇ ਵਿੱਚ ਕਿਸੇ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ, ਸਰਕਾਰੀ ਹਸਪੀਟਲ ਦੇ ਵਿੱਚ ਇਲਾਜ ਨਹੀਂ ਹੋ ਰਿਹਾ। ਉਹਦਾ ਕਾਰਨ ਹੈ, ਉਸ ਕਾਰਨ ਨੂੰ ਕੈਗ ਦੀ ਟੀਮ ਨੇ ਉਜਾਗਰ ਕੀਤਾ ਹੈ। ਕਾਰਨ ਕਿ ਬਹੁਤ ਸਾਰੇ ਲੋਕਾਂ ਦਾ ਮਰਨ ਤੋਂ ਬਾਅਦ ਇਲਾਜ ਹੋਇਆ, ਰਿਕਾਰਡ ਤੇ ਹੋਇਆ। ਔਰ ਜਿੱਥੇ ਤੱਕ ਸੂਬਿਆਂ ਦੀ ਗੱਲ ਹੈਗੀ ਹੈ, 3 ਸੂਬਿਆਂ ਦੇ ਵਿੱਚ ਉਸ ਰਿਕਾਰਡ ਦੇ ਵਿੱਚ ਟੌਪ ਤੇ ਰੱਖਿਆ ਹੋਇਆ ਹੈ। ਜੇ ਗੱਲ ਹਰਿਆਣਾ ਦੀ ਕਰੀਏ, ਕਿਉਂਕਿ ਹਰਿਆਣਾ ਟੌਪ ਹੈ, ਪੰਜਾਬ ਦੂਜੇ ਨੰਬਰ ਤੇ ਹੈ। ਹਰਿਆਣਾ ਦੇ ਵਿੱਚ ਇਸ ਤਰ੍ਹਾਂ ਦੇ ਕੇਸ 2018 ਤੋਂ ਲੈ ਕੇ 2021 ਦੇ ਵਿੱਚ ਤਕਰੀਬਨ 406 ਕੇਸਿਸ ਆਏ, ਜਿਹਦੇ ਵਿੱਚ 54 ਲੱਖ ਰੁਪਏ ਪੇ ਕੀਤੇ ਗਏ ਉਹਨਾਂ ਇਲਾਜ ਦੇ ਵਿੱਚ ਜਿਹਦੇ ਵਿੱਚ ਪੇਸ਼ੈਂਟ ਮਰ ਚੁੱਕਿਆ ਸੀ, ਉਸ ਤੋਂ ਬਾਅਦ ਵੀ ਉਹਦਾ ਇਲਾਜ ਦਿਖਾਇਆ ਗਿਆ। ਔਰ ਪੰਜਾਬ ਦੀ ਗੱਲ ਕਰੀਏ ਤੇ 47 ਲੱਖ ਰੁਪਏ ਉਹਨਾਂ ਮਰੇ ਹੋਏ ਪੇਸ਼ੈਂਟ ਦੇ ਇਲਾਜਾਂ ਦੇ ਵਾਸਤੇ ਵੀ ਦਿੱਤੇ ਗਏ। ਇਹਦੇ ਵਿੱਚ ਹੇਰਾਫੇਰੀ ਹੈ, ਕਿਉਂਕਿ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਕੋਈ ਵਿਅਕਤੀ, ਕੋਈ ਪੇਸ਼ੈਂਟ ਡੈਡ ਵੀ ਹੋ ਜਾਂਦਾ ਹੈ ਤਾਂ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹਦੇ ਇਲਾਜ ਦੇ ਨਾਂ ਤੇ ਬਿੱਲ ਲਗਾਤਾਰ ਬਣਾਇਆ ਜਾਂਦਾ ਹੈ, ਔਰ ਬਾਅਦ ਚੋਂ ਕਿਹਾ ਜਾਂਦਾ ਹੈ ਕਿ ਇਹ ਹੁਣ ਕੋਲੈਪਸ ਹੋਇਆ। ਇਹ ਸਾਰੀ ਗੱਲਾਂ ਦੇ ਉੱਤੇ ਪੰਜਾਬ 47 ਲੱਖ ਰੁਪਏ ਯਾਨੀ 265 ਕਲੇਮ ਏਦਾਂ ਦੇ ਮਿਲੇ ਪੰਜਾਬ ਦੇ ਵਿੱਚ। ਔਰ ਹਿਮਾਚਲ ਪ੍ਰਦੇਸ਼, ਉਹਦੇ ਵਿੱਚ ਭਾਵੇਂ ਅਮਾਉਂਟ ਥੋੜਾ ਹੈ, 2,62,000 ਰੁਪਏ ਏਦਾਂ ਦੇ 23 ਕਲੇਮ ਜਿਹੜੇ ਮਰੇ ਹੋਏ ਪੇਸ਼ੈਂਟ ਦੇ ਇਲਾਜ ਦੇ ਵਾਸਤੇ ਦਿੱਤੇ ਗਏ। ਇਹ ਸਾਰੀ ਗੱਲਾਂ ਕੈਗ ਦੀ ਰਿਪੋਰਟ ਦੇ ਵਿੱਚ ਉਜਾਗਰ ਹੋਈ ਹੈ। ਹੁਣ ਫਿਲਹਾਲ ਇਸ ਸਕੀਮ ਦੇ ਵਿੱਚ ਕੋਈ ਵੀ ਪ੍ਰਾਈਵੇਟ ਹਸਪੀਟਲ ਇਲਾਜ ਨਹੀਂ ਕਰ ਰਿਹਾ, ਕਾਰਨ ਕਿ ਪੇਮੈਂਟ ਨਹੀਂ ਹੋ ਰਹੀ। ਹੁਣ ਪੇਮੈਂਟ ਹੋਏ ਵੀ ਕਿਉਂ? ਜਦ ਇਸ ਤਰੀਕੇ ਦੀ ਇਰੈਗੂਲਰਿਟੀਜ਼ ਨਿਕਲ ਕੇ ਆਣਗੀਆਂ ਤੇ ਉਸ ਇਰੈਗੂਲਰਿਟੀਜ਼ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਵੀ ਹੋਇਆ ਕਿ ਕਾਰਡ ਤੁਹਾਡਾ ਹੈ, ਇਲਾਜ ਕਿਸੇ ਹੋਰ ਦਾ ਹੋ ਰਿਹਾ ਹੈ। ਇੱਕ ਵਿਅਕਤੀ ਦਾ ਹਾਰਟ ਦਾ ਵੀ ਇਲਾਜ ਹੋ ਰਿਹਾ ਹੈ, ਲੰਗਸ ਦਾ ਵੀ ਹੋ ਰਿਹਾ ਹੈ, ਕਿਡਨੀ ਦਾ ਵੀ ਹੋ ਰਿਹਾ ਹੈ, ਭਾਵੇਂ ਪੇਸ਼ੈਂਟ 3 ਨੇ ਪਰ ਕਾਰਡ ਇੱਕੋ ਤੇ ਇਲਾਜ ਹੋਈ ਜਾਂਦਾ ਹੈ। ਇਸ ਤਰ੍ਹਾਂ ਦੀ ਇਰੈਗੂਲਰਿਟੀਜ਼ ਦੇ ਉੱਤੇ ਕੈਗ ਨੇ ਆਪਣਾ ਜ਼ਿਕਰ ਕੀਤਾ ਆਪਣੀ ਰਿਪੋਰਟ ਦੇ ਵਿੱਚ, ਜਿਹਦੇ ਬਾਅਦ ਇਸ ਸਕੀਮ ਦੇ ਵਿੱਚ ਕੋਈ ਚੇਂਜ ਜਾਂ ਸਿਸਟਮ ਨੂੰ ਕਿਸੇ ਤਰੀਕੇ ਨਾਲ ਚੇਂਜ ਕਰਨ ਦੀ ਗੱਲ ਚਲੇਗੀ, ਇਹ ਤੇ ਪਤਾ ਨਹੀਂ, ਪਰ ਫਿਲਹਾਲ ਕੈਗ ਨੇ ਇਹ ਗੱਲ ਪੁਆਇੰਟ ਜ਼ਰੂਰ ਕਰਤੀ। ਇਹਦੇ ਵਿੱਚ ਸਰਕਾਰਾਂ ਨੂੰ ਐਸੇ ਬੰਦੇ ਟੰਗ ਦੇਣੇ ਚਾਹੀਦੇ ਆ। ਪੰਜਾਬ ਸਰਕਾਰ ਨੂੰ ਵੀ ਚਾਹੀਦਾ, ਹਸਪੀਟਲ ਹੋਣ ਪ੍ਰਾਈਵੇਟ ਜਾਂ ਹੋਣ ਕੋਈ ਹੋਰ, ਉਹਨਾਂ ਨੂੰ ਐਸਾ ਟੰਗੋ ਤਾਂ ਕਿ ਘੱਟੋ ਘੱਟ ਇਸ ਤਰ੍ਹਾਂ ਦੀਆਂ ਬਿਹਤਰ ਸਕੀਮਾਂ ਨੂੰ ਬੰਦ ਹੋਣ ਤੋਂ ਬਚਾਇਆ ਜਾ ਸਕੇ ਬੇਨਿਯਮੀਆਂ ਦੇ ਥੱਲੇ। ਮੈਂ ਇੰਦਰਪ੍ਰੀਤ ਜੀ, ਅਹਿਮ ਸਵਾਲ, ਕਿਸਾਨੀ ਸਾਰ ਗਿਆ ਸਾਡੀ ਤੇ ਪੰਜਾਬ ਕਿਸਾਨੀ ਤੋਂ ਬਿਨਾਂ ਜੀਂਦਾ ਨਹੀਂ, ਤੇ ਕਿਸਾਨੀ ਨੇ ਹੀ ਬੜੇ ਮਾਣ ਦਵਾਏ ਆ। ਕਿੰਨੀ ਲੇਬਰ ਯੂਪੀ ਬਿਹਾਰ ਚੋਂ ਆਉਂਦੀ ਰਹੀ ਆ, ਦੇਸ਼ ਭਰ ਦੇ ਵਿੱਚੋਂ ਕਾਰੋਬਾਰ ਕਿਸਾਨੀ ਦੇ ਸਿਰ ਤੇ ਇਧਰ ਆਉਂਦੇ ਰਹੇ ਨੇ। ਔਰ ਉਹਨਾਂ ਲਈ ਇੱਕ ਹੀ ਮੁਹਾਵਰਾ ਸੀਗਾ ਕਿ ਤੇ ਬੜੇ ਖੁਸ਼ਹਾਲ ਲੋਕ ਆ, ਤੇ ਇਹਨਾਂ ਖੁਸ਼ਹਾਲ ਲੋਕਾਂ ਦੇ ਸਿਰ ਤੇ ਜੇ ਕਰਜ਼ੇ ਦੀ ਪੰਡ ਵੀ ਸਭ ਤੋਂ ਭਾਰੀ ਆ, ਤਾਂ ਫਿਰ ਇਹਨਾਂ ਦੀ ਜੀਲਡ, ਇਹਨਾਂ ਦੀ ਕਮਾਈਆਂ, ਇਹਨਾਂ ਦਾ ਸਾਰਾ ਕੁਝ ਬਸ ਦਿਖਾਵਾ ਹੀ ਸੀਗਾ ਜੀ। ਅਸੀਂ ਹਰ ਕੰਮ ਹੀ, ਕਿਉਂਕਿ ਅਜੇ ਵੀ ਪਿੰਡ ਸਾਡੇ ਇੰਨੀ ਸ਼ਾਨ ਨਾਲ ਨਹੀਂ ਜਿਉਂਦੇ ਕਿ ਉਹ ਅਸੀਂ ਕਹਿ ਸਕੀਏ ਕਿ ਜੇ ਇੰਨੇ ਕਰਜ਼ੇ ਆ ਤੇ ਉਹ ਬੜੇ ਵਿਕਸਿਤ ਹੋ ਗਏ, ਬੜੀ ਇੰਡਸਟਰੀ ਆ ਗਈ, ਜਾਂ ਇੱਕ ਕਿਸਾਨ ਪਰਿਵਾਰ ਨੇ ਕਰਜ਼ੇ ਲੈ ਕੇ ਕਾਰੋਬਾਰ ਕਰ ਲਏ। ਮੈਨੂੰ ਲੱਗਦਾ ਢਿੱਡ ਦੀ ਭੁੱਖ ਹੀ ਬੁਝਾਈ ਆ, ਨਿਆਣੇ ਹੀ ਵਿਆਹੇ ਨੇ। ਸੋ ਮੈਨੂੰ ਲੱਗਦਾ ਇਹ ਗੱਲ ਬੜੀ ਅਹਿਮ ਆ ਕਿ ਅੰਨਦਾਤਾ ਇੰਨੇ ਕਰਜ਼ੇ ਥੱਲੇ ਔਰ ਪੰਜਾਬ ਸਭ ਤੋਂ ਵੱਧ ਕਰਜ਼ੇ ਥੱਲੇ। ਮੈਂ ਇੱਕ ਮਿੰਟ ਪਹਿਲਾਂ ਤੁਹਾਨੂੰ ਅੰਕੜਾ ਹੀ ਦੱਸਦਾ ਕਿ ਪੰਜਾਬ ਜਿਹੜਾ ਹੈਗਾ ਉਹਦੇ ਪਰ ਫਾਰਮਰ 2.95 ਲੱਖ ਰੁਪਏ ਕਰਜ਼ਾ ਐਵਰੇਜ ਹੈ। ਔਰ ਹਰਿਆਣੇ ਦੇ ਵਿੱਚ ਸੈਕਿੰਡ ਨੰਬਰ ਤੇ ਗੁਜਰਾਤ ਹੈ 2.28, ਤੇ ਹਰਿਆਣੇ ਦੇ ਵਿੱਚ ਹੈਗਾ 2.11, ਤੇ ਆਂਧਰਾ ਪ੍ਰਦੇਸ਼ ਹੈਗਾ 1.72। ਮਤਲਬ ਲਗਭਗ 73,000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ, ਪੰਜਾਬ ਦੇ ਉਹਨਾਂ ਜਿਹੜੇ ਬੈਂਕਾਂ ਦਾ ਹੈ, ਜਿਹੜੇ ਕਮਰਸ਼ੀਅਲ ਨੇ ਜਾਂ ਕੋਆਪਰੇਟਿਵਸ ਨੇ, ਇਹਨਾਂ ਦਾ ਮਿਲਾ ਕੇ ਹੈ। ਅਜੇ ਇਹਦੇ ਵਿੱਚ ਅਸੀਂ ਉਹਨਾਂ ਨੂੰ ਬਾਹਰ ਰੱਖਿਆ ਹੋਇਆ ਜਿੰਨੇ ਆੜਤੀਏ ਨੇ। ਮੇਰਾ ਖਿਆਲ ਹੈ ਜੇ ਇੰਨਾ ਕੀ ਕਰਜ਼ਾ ਉਹਨਾਂ ਦਾ ਵੀ ਹੋਏ ਤਾਂ ਤੁਸੀਂ ਲਓ ਵੀ ਅਸੀਂ 1.5 ਲੱਖ ਕਰੋੜ ਤੋਂ ਤਾਂ ਇਹ ਕ੍ਰਾਸ ਕਰ ਜਾਂਦੇ ਆ ਆਰਾਮ ਨਾਲ। ਸੋ ਇਹ ਸੰਖਿਆ ਜਿਹੜੀ ਆ ਹੋਰ ਵੀ ਵੱਧ ਜਾਏਗੀ, 2 ਜਿੱਥੇ 3 ਹੈ ਉੱਥੇ 5 ਦੇ ਕਰੀਬ ਵੀ ਚਲੀ ਜਾਏਗੀ ਜੇ ਅਸੀਂ ਉਹਨਾਂ ਦਾ ਵੀ ਲੈ ਲਿਆ ਜਾਏ। ਸਵਾਲ ਹੁਣ 2 ਉੱਠਦੇ ਆ, ਇਹਦੇ ਚ 2 ਨੇ। ਉਹ ਇਹ ਹੈ, ਇੱਕ ਤਾਂ ਕਿ ਇੰਨਾ ਕਰਜ਼ਾ ਚੜਿਆ ਕਿਵੇਂ। ਇੱਕ ਰਿਪੋਰਟ ਪੇਸ਼ ਕੀਤੀ ਸੀਗੀ ਸਹਿਕਾਰੀ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ, ਉਹਨਾਂ ਦੇ ਰਜਿਸਟਰਾਰ ਨੇ ਇੱਕ ਰਿਪੋਰਟ ਦਿੱਤੀ ਸੀ
ਜਦੋਂ 2017 ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮਾਫੀ ਦੀ ਕੋ ਬਣਾਈ ਸੀਗੀ ਕਿ ਅਸੀਂ ਕਰਜ਼ਾ ਮਾਫ ਕਰਨਾ, ਉਦੋਂ ਟੀ ਹੱਕ ਇੱਥੇ ਆਏ ਸੀ, ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀ 59,000 ਕਰੋੜ ਰੁਪਇਆ ਕਰਜ਼ਾ ਸਿਰਫ ਔਰ ਸਿਰਫ ਫਸਲੀ ਕਰਜ਼ਾ ਸੀ। ਫਸਲੀ ਤੁਹਾਨੂੰ ਪਤਾ ਹੀ ਹੈ ਕਿ ਇਹ ਤੁਸੀਂ ਤਾਂ ਕਿਉਂਕਿ ਕਿਸਾਨੀ ਨਾਲ ਸੰਬੰਧਿਤ ਹੋ ਵੀ ਅਸੀਂ ਜਦੋਂ ਕ੍ਰੌਪ ਲੋਨ ਲੈਨੇ ਆ, ਇੱਕ ਕਣਕ ਦੇ ਵਾਸਤੇ 20,000 ਰੁਪਏ ਮਿਲਦਾ ਹੈ ਔਰ ਜਿਹੜਾ ਪੈਡੀ ਹੈ ਉਹਦੇ ਵਾਸਤੇ 22,000 ਰੁਪਏ ਮਿਲਦਾ। ਤਾਂ ਤੁਸੀਂ ਉਹਨਾਂ ਨੇ ਕਿਹਾ ਰਿਪੋਰਟ ਦਿੰਦੇ ਹੋਏ ਕਿਹਾ ਵੀ ਜੇ ਸਾਡੇ ਕੋਲ 1 ਕਰੋੜ ਜਿਹੜੇ ਹੈਗੇ ਆ ਪੂਰੀ ਲੈਂਡ ਹੈ 1 ਕਰੋੜ, ਤਾਂ ਅਸੀਂ ਅਗਰ 25-30% ਬਾਗਾਂ ਤੋਂ ਸਬਜ਼ੀਆਂ ਦਾ ਇਹ ਸਾਰਾ ਕੱਢ ਵੀ ਦਈਏ, ਹੋਰ ਚੀਜ਼ਾਂ ਦਾ ਵੀ ਕੱਢ ਦਈਏ, ਤਾਂ 70-75 ਦੇ ਆਸ-ਪਾਸ ਇਹ ਹੋਣੀ ਚਾਹੀਦੀ ਹੈ। ਤਾਂ ਤੁਸੀਂ ਦੇਖੋ ਕਿ ਉਹ ਉਸ ਤੇ ਅਸੀਂ ਸਿਰਫ 20,000 ਰੁਪਏ ਕਰਜ਼ਾ ਦੇਣਾ ਹੈ 1 ਏਕੜ ਦੇ ਉੱਤੇ, ਤਾਂ ਇਹ 59,000 ਕਰੋੜ ਕਿਵੇਂ ਬਣ ਗਿਆ? ਇਹ ਤਾਂ ਸਿਰਫ 25,000 ਕਰੋੜ ਰੁਪਏ ਹੋਣਾ ਚਾਹੀਦਾ। 59,000 ਕਰੋੜ ਕਿਵੇਂ ਬਣ ਗਿਆ ਇਹ? ਤਾਂ ਇਹਦਾ ਮਤਲਬ ਹੈ ਕਿ ਕਿਸੇ ਹੋਰ ਤਰੀਕੇ ਨਾਲ ਵੀ ਕਰਜ਼ੇ ਗਲਤ ਢੰਗ ਨਾਲ ਲਿੱਤੇ ਜਾ ਰਹੇ ਨੇ। ਇੱਕ ਇਸ਼ੂ ਹੈ। ਹੁਣ ਹੈ ਦੂਜਾ, ਇੱਕ ਆਪਣੇ ਖੇਤੀਬਾੜੀ ਮਾਹਿਰ ਜਿਹੜੇ ਹੈਗੇ ਨੇ ਐਗਰੀ ਪਾਲਿਸੀਆਂ ਦੇ ਦਵਿੰਦਰ ਸ਼ਰਮਾ ਜੀ, ਉਹਨਾਂ ਨੇ ਇੱਕ ਪਿੱਛੇ ਜੇ ਆਰਟੀਕਲ ਵੀ ਲਿਖਿਆ ਔਰ ਮੇਰੇ ਨਾਲ ਬੜੀ ਲੰਬੀ ਗੱਲ ਵੀ ਕੀਤੀ। ਉਹਨਾਂ ਨੇ ਕਿਹਾ ਵੀ ਇੱਕ ਕਰਨਾਟਕ ਦੇ ਵਿੱਚ ਇੱਕ ਕਿਸਾਨ ਸੰਗਠਨ ਨੇ ਸ਼ੁਰੂ ਕੀਤਾ ਹੈ, ਹਜੇ ਬਾਕੀਆਂ ਨੇ ਨਹੀਂ ਕੀਤਾ। ਉਹਨਾਂ ਨੇ ਕਿਹਾ ਵੀ ਜਦੋਂ ਸਾਡੇ ਤੇ ਆ ਕਰਜ਼ੇ ਚੜ ਜਾਂਦੇ ਨੇ ਵੱਡੇ, ਤਾਂ ਸਾਡੀਆਂ ਕਦੀ ਤੁਸੀਂ ਚੀਜ਼ਾਂ ਚੱਕ ਕੇ ਲੈ ਜਾਣਾ, ਟਰੈਕਟਰ ਲੈ ਗਏ ਜਾਂ ਕੁਝ ਹੋਰ ਲੈ ਗਏ, ਇੰਪਲੀਮੈਂਟਸ ਲੈ ਗਏ, ਪਰ ਜਿਹੜਾ ਫਸਲੀ ਕਰਜ਼ਾ ਹੈ ਜਿਹੜਾ ਅਸੀਂ ਲਿੱਤਾ ਹੀ ਫਸਲ ਵਾਸਤੇ ਹੈ ਤੇ ਸਾਡੀ ਫਸਲ ਕੋਈ ਖਰੀਦ ਨਹੀਂ ਰਿਹਾ, ਤਾਂ ਅਸੀਂ ਚੱਕ ਕੇ ਬੈਂਕਾਂ ਨੂੰ ਦੇਵਾਂ। ਉਹ ਬੈਂਕਾਂ ਦੇ ਅੱਗੇ ਢੇਰ ਲਾਏ ਵੀ ਤੁਸੀਂ ਜੀ ਆਪ ਚੱਕੋ, ਜਿਹੜਾ ਕਰਜ਼ਾ ਲਿੱਤਾ ਸੀ ਜਿਹਦੇ ਲਈ ਉਹ ਚੀਜ਼ ਤੁਹਾਨੂੰ ਪ੍ਰੋਡਿਊਸ ਕਰਕੇ ਦੇਤੀ, ਤੁਸੀਂ ਆਪਣਾ ਕਰਜ਼ਾ ਇਸ ਤੋਂ ਕੱਟ ਲਓ, ਬਾਕੀ ਸਾਨੂੰ ਵਾਪਸ ਕਰ ਦਿਓ। ਸੋ ਇਹ ਮੁਹਿੰਮ ਹੁਣ ਤੋਂ ਸ਼ੁਰੂ ਹੋਈ ਹੈ। ਮੈਨੂੰ ਲੱਗਦਾ ਹੈ ਕਿ ਪੰਜਾਬ ਵਾਲੇ ਫਾਰਮਰਸ ਨੂੰ ਤਾਂ ਇਹ ਤੁਰੰਤ ਅਡਾਪਟ ਕਰ ਲੈਣੀ ਚਾਹੀਦੀ ਹੈ, ਜਿਹੜੇ ਇੰਨੇ ਮਜ਼ਬੂਤ ਚ ਬੈਠੇ ਆ। ਕਿਉਂਕਿ ਉਹਨਾਂ ਨੇ ਇੱਕ ਹੋਰ ਚੀਜ਼ ਬੜੀ ਅੱਛੀ ਗੱਲ ਕੀਤੀ ਹੈ ਦਵਿੰਦਰ ਸ਼ਰਮਾ ਨੇ, ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਿਰਫ ਔਰ ਸਿਰਫ ਇੰਡਸਟਰੀ ਨੂੰ ਟਾਰਗੇਟ ਕਰ ਰਹੇ ਹਾਂ, ਜੋ ਵੀ ਕੁਝ ਮਿਲ ਰਿਹਾ ਹੈ ਇੰਡਸਟਰੀ ਨੂੰ ਦੇ ਰਹੇ ਹਾਂ। ਜੇ ਲੋਨ ਮਾਫ ਹੋ ਰਹੇ ਤਾਂ ਇੰਡਸਟਰੀ ਦੇ ਮਾਫ ਹੋ ਰਹੇ ਆ, ਕਿਸਾਨਾਂ ਦੇ ਨਹੀਂ ਹੋ ਰਹੇ। ਤਾਂ ਕਿਉਂ ਨਹੀਂ ਅਗਲੇ 5 ਸਾਲ ਅਸੀਂ ਕਿਸਾਨੀ ਨੂੰ ਫੋਕਸ ਕਰੀਏ, ਕਿਸਾਨਾਂ ਦੇ ਉੱਤੇ ਜਿਹੜੇ ਕਰਜ਼ੇ ਹੈ ਇਹਨਾਂ ਨੂੰ ਫੋਕਸ ਕਰੀਏ, ਇਹਨਾਂ ਦੀ ਇਨਕਮ ਕਿਸ ਤਰ੍ਹਾਂ ਵਧੇ ਇਹਨਾਂ ਨੂੰ ਫੋਕਸ ਕਰੀਏ। ਤਾਂ ਇਹਦੇ ਲਈ ਅਸੀਂ ਜਿੰਨਾ ਪੈਸਾ ਖਰਚ ਕਰਾਂਗੇ ਤਾਂ ਉਹਦੇ ਨਾਲ ਇੰਡਸਟਰੀ ਆਪਣੇ ਆਪ ਹੀ ਵੱਧ ਜੂਗੀ। ਕਿਉਂਕਿ ਜੇ ਮੇਰੇ ਕੋਲੇ ਖਰੀਦਣ ਲਈ ਪੈਸਾ ਜੇਬ 'ਚ ਹੋਊਗਾ ਤਾਂ ਮੈਂ ਹਰ ਚੀਜ਼ ਖਰੀਦ ਸਕਦਾ, ਚਾਹੇ ਉਹ ਮਹਿੰਗੀ ਵੀ ਖਰੀਦਣੀ ਪਏ ਮੈਂ ਖਰੀਦ ਲੂੰਗਾ। ਲੇਕਿਨ ਜੇ ਮੈਂ ਕਰਜ਼ੇ ਲੈ ਕੇ ਖਰੀਦੂੰਗਾ ਤਾਂ ਮੇਰੇ ਉੱਤੇ ਕਰਜ਼ੇ ਦਾ ਬੋਝ ਵਧੂਗਾ ਤੇ ਮੈਂ ਸੁਸਾਈਡ ਵਾਲੇ ਪਾਸੇ ਜਾਊਂਗਾ। ਇਹ ਦੋ ਡਿਫਰੈਂਟ ਤਰੀਕੇ ਨੇ। ਸੋ ਮੈਨੂੰ ਲੱਗਦਾ ਵੀ ਉਹਨਾਂ ਦੀਆਂ ਗੱਲਾਂ ਇਸ ਰਿਪੋਰਟ ਨਾਲ ਅਗਰ ਆਪਾਂ ਮੈਚ ਕਰਕੇ ਉੱਤੇ ਗੱਲ ਜਿਵੇਂ ਆਪਾਂ ਗੱਲ ਕੀਤੀ ਹੈ, ਅਗਰ ਇਸ ਨੂੰ ਫਾਰਮਰ ਆਰਗੇਨਾਈਜੇਸ਼ਨ ਅਡਾਪਟ ਕਰਨ ਔਰ ਸਰਕਾਰਾਂ ਇਸ ਤੇ ਦਬਾਅ ਪਾਉਣ, ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰਾਂ ਤੇ ਦਬਾਅ ਪਾਉਣ ਤਾਂ ਕਿਤੇ ਨਾ ਕਿਤੇ ਤਾਂ ਹੀ ਇਸ ਕਰਜ਼ ਦੇ ਚੁੰਗਲ ਚੋਂ ਨਿਕਲਿਆ ਜਾ ਸਕਦਾ ਹੈ। ਅਦਰਵਾਈਜ਼ ਇਨਪੁਟ ਕਾਸਟਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਕਿ ਸਿਵਾਏ ਕਰਜ਼ ਲੈ ਕੇ ਆਪਣਾ ਘਰ ਚਲਾਉਣ ਤੋਂ ਹੁਣ ਫਾਰਮਰਸ ਕੋਲੇ ਕੁਝ ਰਿਹਾ ਨਹੀਂ। ਮੈਂ ਆਖਰੀ ਖਬਰ ਵੀ ਤੁਹਾਨੂੰ ਕਹੂੰਗਾ ਕਿ ਮਿੰਟਕ ਦੇ ਵਿੱਚ ਫਾਈਨਲ ਕਰ ਦਿਓ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣ ਨੂੰ ਲੈ ਕੇ ਮਾਮਲਾ ਕੋਰਟ 'ਚ ਜਾਂਦਾ ਹੈ ਤੇ ਕੋਰਟ ਦੇ ਵਿੱਚ ਜਿਹੜੀ ਬਹਿਸ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਨੋਟਿਸ ਜਾਰੀ ਹੁੰਦਾ, ਉਹਦੇ ਉੱਤੇ ਇੱਕ ਪੰਛੀ ਝਾਤ ਪਵਾ ਦਿਓ। ਰੰਦਾਵਾ ਸਾਹਿਬ, ਤੁਹਾਨੂੰ ਆਪਾਂ ਯਾਦ ਹੋਗਾ ਇਸੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਇੱਕ ਵਾਰੀ ਕਿ ਜਸਟਿਸ ਸਾਰੋਂ ਜਿਹੜੇ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਹੈਗੇ ਆ, ਸਿੱਖ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਹੈ, ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪੰਜਾਬ ਨੂੰ, ਇਹਨੂੰ ਯੂਟੀ ਚੰਡੀਗੜ੍ਹ ਨੂੰ ਔਰ ਹਿਮਾਚਲ ਨੂੰ, ਕਿਉਂਕਿ ਹੁਣ ਹਰਿਆਣਾ ਦੀ ਅਲੱਗ ਕਮੇਟੀ ਹੋ ਗਈ ਇਸ ਕਰਕੇ ਉਹਨਾਂ ਨੇ ਨਹੀਂ ਪਾਈ। ਉਹਨਾਂ ਨੂੰ ਇਹਨਾਂ ਤਿੰਨਾਂ ਨੂੰ ਪਾਇਆ ਸੀ ਵੀ ਕਿਸੇ ਵੀ ਟਾਈਮ ਇਲੈਕਸ਼ਨ ਦੀ ਸੰਭਾਵਨਾ ਹੋ ਸਕਦੀ ਹੈ, ਇਸ ਕਰਕੇ ਸਾਰੇ ਜਿਹੜੇ ਹੈਗੇ ਆ ਉਹ ਵੋਟਰ ਸੂਚੀਆਂ ਦਾ ਬਣਾਉਣ ਦਾ ਕੰਮ ਸ਼ੁਰੂ ਕਰ ਦਿਓ। ਇਹ ਲਗਭਗ ਮੈਨੂੰ ਲੱਗਦਾ ਕਿ 2 ਜਾਂ 3 ਮਹੀਨੇ ਹੋ ਗਏ ਇਹ ਲੈਟਰ ਲਿਖੇ ਨੂੰ, ਅਜੇ ਤੱਕ ਕਿਸੇ ਵੀ ਸਰਕਾਰ ਨੇ ਇਹਦੇ ਨਾ ਤਾਂ ਇਹਦਾ ਕੋਈ ਜਵਾਬ ਦਿੱਤਾ ਹੈ, ਨਾ ਹੀ ਇਸ ਦੇ ਉੱਤੇ ਕੰਮ ਸ਼ੁਰੂ ਕੀਤਾ। ਸੋ ਇਹਨੂੰ ਲੈ ਕੇ ਬਲਦੇਵ ਸਿੰਘ ਜਿਹੜੇ ਆਪਣੇ ਸਿਰਸਾ ਹੈਗੇ ਨੇ, ਉਹਨਾਂ ਨੇ ਇੱਕ ਯਾਚਿਕਾ ਹਾਈ ਕੋਰਟ 'ਚ ਦਾਇਰ ਕੀਤੀ ਹੈ, ਜਿਸ ਤੋਂ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਤਿੰਨੋਂ ਸਟੇਟਾਂ ਨੂੰ ਪੁੱਛਿਆ ਜਾਏ ਕਿ ਇਹ ਜਿਹੜਾ ਕਮਿਸ਼ਨ ਨੇ ਆਰਡਰ ਜਾਰੀ ਕੀਤਾ ਸੀ ਉਸ ਤੇ ਕੰਮ ਕਿਉਂ ਨਹੀਂ ਕੀਤਾ ਹੁਣ ਤੱਕ। ਸੋ ਉਹਦੇ ਉੱਤੇ ਤਿੰਨੋਂ ਸਰਕਾਰਾਂ ਨੂੰ ਹੁਣ ਨੋਟਿਸ ਹੋ ਗਿਆ। ਹੁਣ ਉਹ ਨੋਟਿਸ ਦਾ ਕੀ ਜਵਾਬ ਦਿੰਦੇ ਆ ਇਹਦੇ ਉੱਤੇ ਆਏਗੀ ਵੀ ਅਸੀਂ ਕਿਉਂ ਨਹੀਂ ਸ਼ੁਰੂ ਕੀਤਾ। ਕਿਉਂਕਿ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਵੀ ਜਦ ਤੱਕ ਗਵਰਨਮੈਂਟ ਆਫ ਇੰਡੀਆ ਨਹੀਂ ਕਹੇਗੀ, ਕੋਈ ਇਜਾਜ਼ਤ ਦੇਗੀ ਇਲੈਕਸ਼ਨ ਕਰਾਉਣ ਦੀ, ਤਾਂ ਤੱਕ ਇਲੈਕਸ਼ਨ ਨਹੀਂ ਹੋਣਗੇ। ਹਜੇ ਤੱਕ ਗਵਰਨਮੈਂਟ ਆਫ ਇੰਡੀਆ ਨੇ ਵੀ ਇਸ ਪਾਸੇ ਆਪਣਾ ਕੋਈ ਧਿਆਨ ਨਹੀਂ ਦਿੱਤਾ। ਜੇ ਉਹ ਧਿਆਨ ਦੇਣਗੇ ਤਾਂ ਹੀ ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਸ਼ੁਰੂ ਹੋਏਗਾ।
ਇਹ ਜਾਤੀ ਆ ਸਿੱਖਾਂ ਦੀ। ਇਹ ਜਿਹੜੀ ਨੁਮਾਇੰਦਾ ਜਮਾਤ ਹੈ, ਜਮਾਤ ਨਹੀਂ ਮੈਂ ਕਹੂੰਗਾ, ਇੰਸਟੀਟਿਊਸ਼ਨ ਹੈ, ਜਿਹੜਾ ਐਕਟ ਤਹਿਤ ਹੋਂਦ ਵਿੱਚ ਆਇਆ, ਤੇ ਉਹਦੀ ਚੋਣ ਵੀ ਬਾਕੀਆਂ ਚੋਣਾਂ ਵਾਂਗ ਸਮੇਂ ਸਿਰ ਹੋਣੀ ਚਾਹੀਦੀ ਹੈ। ਇਹਨੂੰ ਬੇਮਤਲਬ ਡਿਲੇ ਨਾਲ ਜੋੜਿਆ ਜਾਂਦਾ ਔਰ ਇਹਦੇ ਵਿੱਚ ਪੋਲਿਟਿਕਸ ਹੁੰਦੀ ਰਹਿੰਦੀ ਹੈ। ਔਰ ਇੱਥੇ ਵੀ ਪੋਲਿਟਿਕਸ ਉਹੀ ਜਿਹੜੀ ਵਾਰਾ ਖਾਂਦੀ ਸਾਰੀਆਂ ਧਿਰਾਂ ਨੂੰ, ਹਰ ਕੋਈ ਨੀਝ ਲਾ ਕੇ ਤੱਕਦਾ ਰਹਿੰਦਾ ਹੈ ਕਿ ਕਦੋਂ ਸਾਜ਼ਗਰ ਮਾਹੌਲ ਹੋਊਗਾ। ਜੇ ਬਾਕੀ ਸੰਸਥਾਵਾਂ ਦੀ ਚੋਣ ਸਮੇਂ ਸਿਰ ਹੁੰਦੀ ਤਾਂ ਇਹਦੀ ਵੀ ਹੋਣੀ ਚਾਹੀਦੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।